हाँ जी, तो देखियो साडा टॉपिक है काइनेटिक थ्योरी ऑफ गैस। ਇਹਦੇ ਵਿੱਚ ਪਹਿਲਾਂ ਤਾਂ ਫੰਡਾਮੈਂਟਲ ਜੀਆਂ ਗੱਲਾਂ ਕਰੀਏ ਆਪਾਂ, ਵੀ ਬੇਸਿਕ ਜੀਆਂ ਗੱਲਾਂ ਕਰੀਏ। ਠੀਕ ਹੈ, ਬੇਸਿਕ ਦਾ ਮਤਲਬ ਵੀ ਜਿੱਥੋਂ ਆਪਾਂ ਸਟਾਰਟ ਕਰਨਾ। ਮੈਂ ਤੁਹਾਨੂੰ ਹਮੇਸ਼ਾ ਕਹਿਣਾ ਵੀ ਉੱਪਰਲੇ ਸਵਾਲ ਬਾਅਦ ਚ ਫੜਿਆ ਕਰੋ, ਪਹਿਲਾਂ ਜੜ ਚੋਂ ਚੱਲਿਆ ਕਰੋ ਕੰਮ। ਹੁਣ ਜੜ ਤੋਂ ਕਿੱਥੋਂ ਚੱਲਣਾ? ਐਵੋਗੈਡਰੋ ਨੰਬਰ। ਠੀਕ ਆ, ਐਵੋਗੈਡਰੋ ਨੰਬਰ ਹੁੰਦਾ Na। ਐਵੋਗੈਡਰੋ ਨੰਬਰ ਵੈਲਿਊ ਕਿੰਨੀ ਹੁੰਦੀ ਆ? 6 into 10 to the power 23 ਲਿਖਦਾ, ਵੈਸੇ 6.022 ਹੁੰਦਾ, ਮੈਂ 6 into 10 to the power 23 ਲਿਖਦਾ। ਠੀਕ ਹੈ, ਨੰਬਰ ਹੈ ਤੇ ਇਹਦੀ ਯੂਨਿਟ ਕੀ ਹੋਊਗੀ? ਮੈਂ ਇਹ ਨੰਬਰ ਹੈ, ਇਹਦੀ ਯੂਨਿਟ ਹੋਊਗੀ ਕੋਈ? ਕਿਉਂ ਬਈ ਕੀ ਹੈ, ਇਹਨੂੰ ਕੀ ਲਿਖਿਆ, ਇਹ ਕੌਣ ਆ? ਚਲੋ ਐਵੋਗੈਡਰੋ ਨੰਬਰ ਹੈ। ਮੈਂ ਕਹਾਂ ਵੀ ਐਵੋਗੈਡਰੋ ਨੰਬਰ ਦੀ ਡੈਫੀਨੇਸ਼ਨ ਦਿਓ ਮੈਨੂੰ, ਬੱਚਿਆਂ ਨੂੰ ਇਹ ਯਾਦ ਆ ਵੀ ਐਵੋਗੈਡਰੋ ਨੰਬਰ ਆ, ਇਹ ਕੌਣ ਆ? ਕੋਈ ਵੀ ਬੱਚਾ ਦੱਸ ਸਕਦਾ ਕੌਣ ਹੈ ਐਵੋਗੈਡਰੋ ਨੰਬਰ? ਇਹ ਕਿੱਥੋਂ ਦਿਮਾਗ ਚ ਆਇਆ ਲੋਕਾਂ ਦੇ ਵੀ ਐਵੋਗੈਡਰੋ ਨੰਬਰ ਆ? ਐਵੋਗੈਡਰੋ ਦੇ ਦਿਮਾਗ ਚ ਆਇਆ ਹੋਣਾ, ਕੀ ਚੀਜ਼ ਹੈ? ਰੱਟਾ ਨਾ ਮਾਰੋ, ਧਿਆਨ ਨਾਲ ਸੁਣੋ, ਰੱਟਾ ਨਾ ਮਾਰੋ। ਐਵੋਗੈਡਰੋ ਨੰਬਰ 1 ਮੋਲ ਸਬਸਟੈਂਸ ਦੇ ਵਿੱਚ ਨੰਬਰ ਆਫ ਮੋਲੀਕਿਊਲ ਹੈ ਜਾਂ ਨੰਬਰ ਆਫ ਐਟਮਸ। ਮਤਲਬ ਜੇ 1 ਮੋਲ ਮਟੀਰੀਅਲ ਆਪਣੇ ਕੋਲ ਕੋਈ ਵੀ, 1 ਮੋਲ ਆਕਸੀਜਨ, ਉਹ ਚ ਨੰਬਰ ਆਫ ਆਕਸੀਜਨ ਗੈਸ ਆ O2, ਉਹਦੇ ਵਿੱਚ ਨੰਬਰ ਆਫ ਮੋਲੀਕਿਊਲ ਕਿੰਨੇ ਹੋਣਗੇ? N। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਮੇਰੇ ਕੋਲ 1 ਮੋਲ ਕਾਰਬਨ ਆ, ਉਹ ਚ ਨੰਬਰ ਆਫ ਐਟਮਸ ਕਿੰਨੇ ਹੋਣਗੇ? Na। ਮੇਰੇ ਕੋਲ 1 ਮੋਲ ਨਾਈਟ੍ਰੋਜਨ ਗੈਸ ਆ, ਤੇ ਨੰਬਰ ਆਫ ਮੋਲੀਕਿਊਲ ਕਿੰਨੇ ਹੋਣਗੇ? N। ਐਵੋਗੈਡਰੋ ਨੰਬਰ। ਔਰ ਤੁਸੀਂ ਜਦੋਂ ਰੱਟਦੇ ਹੈ ਨਾ ਚੀਜ਼ਾਂ ਨੂੰ, ਤੁਸੀਂ ਉਲਝ ਜਾਂਦੇ ਆ, ਉਲਝਿਆ ਨਾ ਕਰੋ। ਐਵੋਗੈਡਰੋ ਨੰਬਰ ਜਸਟ ਇੱਕ ਨੰਬਰ ਆ ਜਿਹੜਾ ਤੁਹਾਨੂੰ ਇਹ ਦੱਸਦਾ ਕਿ 1 ਮੋਲ ਚ ਕਿੰਨੇ ਨੰਬਰ ਆਫ ਐਟਮਸ ਜਾਂ ਨੰਬਰ ਆਫ ਮੋਲੀਕਿਊਲਸ ਹੁੰਦੇ। ਕਹਾਣੀ ਕਲੀਅਰ? ਠੀਕ ਹੈ, ਕੀ ਆਏ? ਨੰਬਰ ਆਫ ਐਟਮਸ ਔਰ molecules per mole, number of atoms oblique molecules, और पाओ oblique गलत हो जाता, और molecules per mole, 1 मोल ਦੇ ਵਿੱਚ। स्टोरी समझ आ गई? ਹੁਣ सवाल फिर नवा तैयार हो गया, मोल कौन? रौला ਵੱਧਦਾ ही जाना। ਇਹ ਪਹਿਲਾ पॉइंट ਸੀ ਸਾਡਾ ਐਵੋਗੈਡਰੋ ਨੰਬਰ। ठीक है, Na molecules per mole या Na atoms per mole। याद हो गया? याद हो गया? ਹੁਣ ਕੱਲ ਨੂੰ ਮੈਂ ਜੇ ਮੈਂ ਪੁੱਛਾਂ ਤੁਹਾਨੂੰ ਵੀ ਐਵੋਗੈਡਰੋ ਨੰਬਰ ਕੀ ਹੈ, ਤੁਸੀਂ ਬੜੀ ਆਸਾਨੀ ਨਾਲ ਦੱਸ ਸਕਦੇ ਮੈਨੂੰ ਵੀ ਐਵੋਗੈਡਰੋ ਨੰਬਰ ਕੀ ਹੈ? ਨੰਬਰ ਆਫ ਮੋਲੀਕਿਊਲਸ ਜਾਂ ਨੰਬਰ ਆਫ ਐਟਮਸ 1 ਮੋਲ ਦੇ ਵਿੱਚ। ਹੁਣ ਮੋਲ ਕੌਣ? ਇਹ ਮੈਂ ਤੁਹਾਨੂੰ ਕਰਵਾਇਆ ਵੀ ਹੋਇਆ ਐਟਮ ਵਾਲੇ ਚੈਪਟਰ, ਨਿਊਕਲੀਅਸ ਵਾਲੇ ਚੈਪਟਰ ਚ। ਬੋਲੋ ਬਈ ਮੋਲ ਕੀ ਹੁੰਦਾ? ਮੋਲ ਕੌਣ? 1 ਮੋਲ। ਮੋਲ ਦੀ ਡੈਫੀਨੇਸ਼ਨ ਦੇਖੋ, ਗੱਲ ਸਮਝਣੀ ਆ, ਮੈਂ ਜਮਾ ਡੈਫੀਨੇਸ਼ਨ ਨਹੀਂ ਲਿਖਾਉਂਦਾ ਵੀ ਤੁਸੀਂ ਡੈਫੀਨੇਸ਼ਨ ਲਿਖੋ, ਤੁਸੀਂ ਨਾ, ਮੇਰੇ ਕੋਲ ਹੈ ਨਹੀਂ ਇਦਾਂ ਦਾ ਕੁਝ। 12 ਗ੍ਰਾਮ ਕਾਰਬਨ ਆ ਜੀ, ਉਹਦਾ ਐ ਜੀ, ਉਹ ਆ ਜੀ, ਫਲਾਨਾ ਜੀ, ਕੁਛ ਨਹੀਂ। ਸਿੰਪਲ ਧਿਆਨ ਨਾਲ ਸਮਝੋ ਗੱਲ, ਠੀਕ ਹੈ ਨਾ? ਹਾਂ, ਉਹ ਬੇਸਿਕ ਫੰਡੇ ਜ਼ਰੂਰ ਆ ਵੀ ਉਹਨਾਂ ਦੀ ਹੈਲਪ ਨਾਲ ਆਪਾਂ ਇਹ ਚੀਜ਼ਾਂ ਬਣਾਈਆਂ, ਪਰ ਅਲਟੀਮੇਟਲੀ ਚੀਜ਼ ਨੂੰ ਆਪਾਂ ਦੂਰ ਲੈ ਜਾਂਦੇ ਆ, ਐਕਚੁਅਲ ਤੋਂ ਦੂਰ ਲੈ ਜਾਂਦੇ ਆ। ਕਹਾਣੀ ਸੌਖੀ ਜੀ ਹੁੰਦੀ, ਉਹਨੂੰ ਕੰਪਲੀਕੇਟਡ ਕਰਕੇ ਬਹਿ ਜਾਂਦੇ। ਮੂਲ ਕਨਸੈਪਟ ਪੜਾਓ, ਕੁਛ ਨਹੀਂ ਔਖਾ, ਜਮਾ ਸੜਿਆ ਹੋਇਆ ਕਨਸੈਪਟ ਨਿੱਕਾ ਜਿਹਾ। ਮੋਲ, ਹਾਂਜੀ ਕੌਣ ਦੱਸੂਗਾ ਆਨਲਾਈਨ? ਮੋਲ, ਮਸ਼, ਮੋਲ ਕੀ ਹੁੰਦਾ? जितना में A6 under 10⁻23 पार्टिकल्स होते हैं। आ ले, ये भी जानी है। मेरी डेफिनेशन मैंने सुनाती है। कहंदी है जी जिन्ने दे विच इन्ने एटम नंबर ऑफ पार्टिकल इन्ने होण जो 1 मोल होंदा। ध्यान नाल सुनो, मोल फाइंड करने वास्ते सानू XZA दी पता वैल्यू पता होनी चाहिए। XZA चीज की है? एक न्यूक्लियस आ, कौन आ? न्यूक्लियस। इस न्यूक्लियस दे विच आ कौन आ? ए कौन आ? ये हैगा मास नंबर, यानी कि टोटल मास की है? टोटल मास, मास नंबर, नंबर आ मास नंबर। ठीक है, जे मैं इस मास नंबर नू तुहानू याद होगा 1 AMU नाल मल्टीप्लाई करदा, AMU एक न्यूक्लियन दा मास, ते टोटल न्यूक्लियन किन्ने आ? A, जिहदे विच मैं न्यूक्लियन जिहड़ा बोलिया सी मैं वर्ड, ये एटम न्यूक्लियस वाले चैप्टर च बोलिया सी भी न्यूक्लियन जिहड़े आ ये प्रोटॉन ते न्यूट्रॉन दा सम आ। एक AMU नाल मल्टीप्लाई कर दो, तुहानू इस न्यूक्लियस दा मास मिल जूगा, मास नंबर मल्टीप्लाइड बाय 1 AMU।
मेरा कहने का मीनिंग की है, ध्यान नाल सुन। एक मोल कौन आ? ए ग्राम आ वाला न्यूक्लियस 1 मोल आ। हुण बच्चे कहते जी तो अजीब जी गल दसी जाने, कोई गल। जे मैं लिखा C612, ਇਹਦਾ मतलब आ A ਦੀ वैल्यू कितनी आ? 12 ਇਹਦਾ मतलब 12 ग्राम C612 इज इक्वल टू 1 मोल C612 और ਇਹਦੇ ਵਿੱਚ 12 ग्राम ਦੇ ਵਿੱਚ नंबर ऑफ एटम्स कितने आ? याद हो गए? चलो O8 16 ਇਹਦੇ 1 मोल कितना ਹੁੰਦਾ? 16 ग्राम 16 ग्राम आ 12 ग्राम का 1 मोल आ। ऑक्सीजन का 16 ग्राम का 1 मोल होगा। 16 ग्राम का 1 मोल आ। 16 ग्राम इज इक्वल टू 1 मोल। याद हो गया? जे मैं ऑक्सीजन गैस कवा O2 ਇਹਦਾ मतलब 16 ਤੇ 16 किन्ने हो गए? किन्ने हो गए? 16 प्लस 16 32 ग्राम इज इक्वल टू 1 मोल। ऑक्सीजन गैस ਦੇ 32 ग्राम ਦੇ ਵਿੱਚ 1 मोल ਹੁੰਦਾ। ऑक्सीजन मॉलिक्यूल ਜਿਹੜਾ ਆ ਸਿੰਪਲੀ ਉਹ ਜੇ ਆਪਾਂ ਲਈਏ ਤਾਂ 1 मोल ਚ 16 ग्राम ਚਾਹੀਦੇ ਆਪਾਂ ਨੂੰ। ਔਰ ਇਹਦੇ ਵਿੱਚ ਵੀ ਨੰਬਰ ਆਫ ਮੋਲ ਇੰਨੇ ਆ, ਸੌਰੀ ਨੰਬਰ ਆਫ ਐਟਮ ਇੰਨੇ ਆ, ਇਹਦੇ ਵਿੱਚ ਨੰਬਰ ਆਫ ਮੋਲੀਕਿਊਲ ਇੰਨੇ ਆ। याद हो गया? तो स्टोरी तो 1 मोल दी सिंपल ही निकली फिर। याद हो गया कि नहीं होया मंच? yes sir. बेटा ये मैं यूनिट नंबर 8 न्यूक्लियस वाले चैप्टर च बड़ी डिटेल च करवाया, जे तुसी ध्यान नाल उन्होंने रिवाइज मारिया होवे, पर मार देंगे रिवीजन करते नहीं, बह जाने जज के। आ स्टोरी समझ आ रही? O2 गैस आए, ऑक्सीजन गैस। चलो नाइट्रोजन गैस N2 गैस का 1 मोल कितना? 28 gram. N2 गैस का नाइट्रोजन 14 हुंदा, 14 2 जार 14 2 28 28 28 ग्राम इज इक्वल टू 1 नाइट्रोजन गैस ਦੇ 28 ग्राम ਚ मोल। ਹੁਣ ਇਹ ਚੀਜ਼ ਯਾਨੀ ਕਿ मोल ਜਿਹੜਾ ਉਹ ਵੈਰੀ ਕਰ ਰਿਹਾ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? मोल ਵੈਰੀ ਕਰ ਰਿਹਾ। ਚਲੋ ਕਾਰਬਨ ਡਾਈਆਕਸਾਈਡ CO2 ਦੱਸੋ, CO2 ਗੈਸ ਆ, CO2 ਗੈਸ ਦਾ 1 मोल ਚ ਕਿੰਨਾ ਆ? ਕਾਰਬਨ ਦਾ 12 ਹੋ ਗਿਆ, ਕਾਰਬਨ ਦਾ 12 ਹੋ ਗਿਆ, ਆਕਸੀਜਨ ਦਾ 32 ਹੋ ਗਿਆ। 32 ਤੇ 12 ਕਿੰਨੇ ਹੋ ਗਏ? ਹਾਂ 44 ਕਿੰਨਾ ਹੋ ਗਿਆ? 44 ग्राम ਦੇ ਵਿੱਚ ਕਿੰਨਾ? 1 मोल ਕਾਰਬਨ ਡਾਈਆਕਸਾਈਡ। ਮੈਨੂੰ ਦੱਸੋ ਵੀ ਮੰਤਰ ਪੜ੍ਹਨੇ ਹੈ ਕੋਈ ਚ ਹੈ? ਕੀ ਮਾਸ ਕਰੀ ਚਲੋ, ਟੋਟਲ ਕਰੀ ਚਲੋ, ਜਿੰਨਾ ਜਿੰਨਾ ਇਹਦਾ ਮਾਸ ਨੰਬਰ ਆ, ਠੀਕ ਆ, ਉਹਨੇ ਗ੍ਰਾਮ ਲੈ ਲਓ, weight ਦੇ ਵਿੱਚ ਕਰ ਲਓ ਉਹਨੂੰ, ਗ੍ਰਾਮ ਕਰ ਲਓ। ਮਾਸ ਬੇਸਿਕਲੀ ਮਾਸ ਨੰਬਰ ਸੀ, ਉਹਨੇ ਗ੍ਰਾਮ ਕਰ ਦਿਓ ਇਹਨੂੰ, ਉਹ ਤੁਹਾਡਾ ਮੋਲ ਆ। याद हो गया कि नहीं होया? याद हो गया कि नहीं होया? हो गया भी याद? चलो ये भी याद हो गया मेरे कोले। चलो अगला छोटा जिहा सवाल करते हैं। मेरे कोले 80 ग्राम ऑक्सीजन, क्वेश्चन है छोटा जिहा, 80 ग्राम ऑक्सीजन गैस आ। मैं ये सवाल वो कर रहा जिहड़ा बेसिक फंडामेंटल क्वेश्चन। 80 ग्राम ऑक्सीजन गैस, दसो किन्ने मोल आ? नंबर ऑफ मोल्स। हुण सवाल रिवर्स चल पिया, ये फार्मूला तुहानूं करवाया ही नहीं मैं, पर मैनूं इन्ना तो पता है ना भी ऑक्सीजन दे, मैनूं इन्ना तो पता भी ऑक्सीजन O2 गैस दे किन्ने ग्राम च 1 मोल हुंदा? किन्ने हुंदा? 32 ग्राम च। 1 मोल च 32 ग्राम आ, यानी कि 32 ग्राम च 1 मोल, 1 ग्राम च पता लग गया? 1/32 इंटू कितना कर देंगे 80, इहनूं पंजाबी च समझो,
ਇਹ ਤਾਂ ਚੱਲ ਉਹ ਤਰੀਕਾ ਹੋ ਗਿਆ ਜਿਹੜਾ ਯੂਨਿਟਰੀ ਮੈਥਡ, ਜੇ ਨਹੀਂ ਆਉਂਦਾ ਤਾਂ ਲਾਉਣਾ। ਅਲਟੀਮੇਟਲੀ ਤੁਹਾਡਾ ਕੀ ਬਣੂਗਾ, ਗਿਵਨ ਮਾਸ ਅਪੋਨ ਮੋਲੀਕੂਲਰ ਮਾਸ ਜਾਂ ਮਾਸ ਆਫ 1 ਮੋਲ। ਠੀਕ ਆ, ਉਹਨੂੰ ਮੋਲੀਕੂਲਰ weight ਕਹਿ ਦਿੰਦੇ, ਕੁਛ ਇਦਾਂ ਦਾ ਕਿਤਾਬਾਂ 'ਚ ਲਿਖਿਆ। ਮੈਂ ਉਦਾਂ ਨਹੀਂ ਚੱਲਦਾ, ਆਪਾਂ ਹਿਸਾਬ ਦੇ ਨਾਲ ਚੱਲਾਂਗੇ। ਠੀਕ ਆ, ਮੋਲੀਕੂਲਰ weight ਲਿਖਿਆ ਹੋਇਆ ਉਹਨੂੰ ਬੁੱਕਸ ਦੇ ਵਿੱਚ। ਠੀਕ ਆ, ਤੁਸੀਂ ਇਦਾਂ ਚੱਲਣਾ ਕਿੱਦਾਂ, number of moles n is equal to given mass divide by mass of 1 mole। ਗੱਲ ਵੀ ਸਹੀ ਹੈ, ਇੱਕ ਮੋਲ ਦੇ ਮਾਸ ਨਾਲ ਡਿਵਾਈਡ ਕਰਦਾ ਮੈਂ ਗਿਵਨ ਮਾਸ ਨੂੰ, ਨੰਬਰ ਆਫ ਮੋਲ ਆਉਗੇ ਬਈ। ਇਹਨੂੰ ਮੋਲੀਕੂਲਰ weight ਲਿਖਿਆ ਹੋਇਆ ਕਿਤਾਬ ਦੇ ਵਿੱਚ। ਆ ਜਾਓ, ਗਿਵਨ ਮਾਸ ਕਿੰਨਾ 80, ਮੋਲੀਕੂਲਰ ਕਿੰਨਾ 32, 16 ਦੂਣਾ 32। ਆਕਸੀਜਨ O2 ਆ, ਕਿੰਨੇ ਮੋਲ ਆ ਗਏ, 2 point something something ਆ ਗਏ। 2 point ਕਿੰਨਾ ਆਇਆ, 2.5 ਆ ਰਿਹਾ। ਦੇਖੋ ਵੀ ਗਲਤੀ ਤੁਹਾਡੀ ਹੋਊਗੀ, ਮੈਨੂੰ ਨਹੀਂ ਪਤਾ। 2.5 2.5 ਮੋਲ ਹੋ ਗਏ ਨੇ, ਔਖਾ ਕੋਈ। ਹਰਸ਼ਰਨ ਠੀਕ ਆ ਬੇਟਾ, ਨਵਰੋਜ਼ ਬਰਾ ਠੀਕ ਆ, ਸੁੱਤਾ ਪਿਆ। नहीं सर, ਮੈਨੂੰ ਪਤਾ ਹੈਗਾ ਤੂੰ ਗੇਮ ਤੇ ਲੱਗਿਆ। पानी पी रहे हैं। हाँ जी क्लियर, 2.5। ਹੁਣ ਕਹਾਣੀ ਸਮਝ ਆ ਗਈ ਤਾਂ ਨੰਬਰ ਆਫ ਮੋਲ ਦਾ ਫਾਰਮੂਲਾ ਫਿਰ ਬਾਕਸ ਚ ਬੰਦ ਕਰਦਾ ਮੈਂ, ਇਹ ਯਾਦ ਰਹਿ ਜਾਊਗਾ ਤੁਹਾਡੇ। ਨੰਬਰ ਆਫ ਮੋਲਸ ਇਜ਼ ਇਕੁਅਲ ਟੂ, ਯਾਦ ਰਹਿ ਜਾਊਗਾ। ਜੇ ਕਿਤੇ ਨੰਬਰ ਆਫ ਮੋਲ ਦੀ ਵੈਲਿਊ ਫਾਈਂਡ ਕਰਨੀ ਹੋ, ਅਸੀਂ ਬੜੀ ਆਸਾਨੀ ਨਾਲ ਗਿਵਨ ਮਾਸ ਅਪਨ ਮੋਲੀਕੂਲਰ ਮਾਸ ਕਰਕੇ ਪਤਾ ਕਰ ਸਕਦੇ। ਚੱਲਾਂਗੇ, ਕੰਟੀਨਿਊ ਕਰਾਂ, ਕੰਟੀਨਿਊ ਕਰਾਂ। ਇੱਕ ਤੁਸੀਂ ਲਿਖੋ, ਹੁਣ ਐਵੋਗੈਡਰੋ ਨੰਬਰ ਪਤਾ ਲੱਗ ਗਿਆ, ਮੋਲ ਪਤਾ ਲੱਗ ਗਿਆ, ਆਪਾਂ ਨੂੰ ਪਤਾ ਲੱਗ ਗਿਆ ਵੀ ਮੋਲ ਫਾਈਂਡ ਕਿਵੇਂ ਕਰਨੇ ਆ, ਨੰਬਰ ਆਫ ਮੋਲ ਫਾਈਂਡ ਕਰਨੇ ਹੁਣ ਕਿੱਦਾਂ ਫਾਈਂਡ ਕਰੀਦੇ ਆ। ਇਹਦਾ ਪੁੱਠਾ ਕਨਵਰਜ਼ਨ ਵੀ ਕਰਨਾ ਹੋਵੇ ਇਸੇ ਫਾਰਮੂਲੇ ਨਾਲ, ਨੰਬਰ ਆਫ ਮੋਲ ਦਿੱਤੇ ਹੋਣ ਤੇ ਮਾਸ ਪਤਾ ਕਰਨਾ ਹੋਵੇ। ਠੀਕ ਹੈ, ਬੜੀ ਆਸਾਨੀ ਨਾਲ ਪਤਾ ਲੱਗ ਜੂ, ਨਿੱਕੀ ਨਿੱਕੀ ਗੱਲਾਂ ਇਹ। ਠੀਕ ਆ, ਹੁਣ ਆਪਾਂ ਅੱਗੇ ਕੰਟੀਨਿਊ ਕਰਦੇ। ਮੇਰੇ ਕੋਲ ਅਗਲੀ ਚੀਜ਼ ਜਿਹੜੀ ਹੈ ਇਹਦੇ ਵਿੱਚ, ਇੱਕ ਤਾਂ ਯੂਨੀਵਰਸਲ ਗੈਸ ਕਾਂਸਟੈਂਟ, ਯਾਦ ਆ ਸਭ ਦੇ, ਯੂਨੀਵਰਸਲ ਗੈਸ ਕਾਂਸਟੈਂਟ। क्यों भाई, यूनिवर्सल गैस कांस्टेंट कैपिटल आर, वैल्यू कितनी है, यूनिवर्सल गैस कांस्टेंट कैपिटल आर कितनी वैल्यू है बेटा इसकी, 8.31। पढ़े हुए तुसी किते, जूल मोल इनवर्स केल्विन इनवर्स। ਇੱਥੇ ਜੇ ਡਿਗਰੀ ਸੈਲਸੀਅਸ ਇਨਵਰਸ ਲਿਖਿਆ ਹੋਵੇ ਡਰ ਨਾ ਜਾਇਓ। ਓਕੇ, ਤੇ ਮੈਂ ਇੱਕ ਹੋਰ ਚੀਜ਼ ਕਰਵਾਈ ਸੀ ਵੀ ਇੱਕ ਕੈਲਰੀ ਦੇ ਵਿੱਚ 4.2 ਜੂਲ ਹੁੰਦੇ ਆ ਜਾਂ 4.18 ਹੁੰਦੇ ਆ। ਕਿੰਨੇ ਹੁੰਦੇ ਆ, 4.18। ਤੇ ਜਦੋਂ ਅਸੀਂ ਡਿਵਾਈਡ ਕਰੀਏ ਤਾਂ ਤੁਹਾਨੂੰ ਆਰ ਦੀ ਵੈਲਿਊ ਕੈਲਰੀ ਦੇ ਵਿੱਚ ਜੇ ਫਾਈਂਡ ਕਰਨੀ ਹੋਵੇ ਤਾਂ ਆਊਗੀ 1.98 ਕੈਲਰੀ ਮੋਲ ਇਨਵਰਸ ਕੈਲਵਿਨ ਇਨਵਰਸ। ਮੈਂ ਜੂਲ ਦੇ ਡਿਵਾਈਡ ਬਾਈ 4.18 ਕਰ। ਹੁਣ ਸੋਚਣ ਵਾਲੀ ਗੱਲ ਕੀ ਆ, 1.98 ਨੂੰ ਮੈਂ ਨੀਅਰ ਨੀ ਇਕੁਅਲ ਟੂ ਕਿੰਨਾ ਲਿਖਦਾ, 2 ਕਰਦਾ, ਸਵਾਲ ਸੌਖਾ ਹੋ ਜਾਊਗਾ ਤੁਹਾਡਾ। ਕੈਲਕੂਲੇਸ਼ਨ ਸਾਡਾ ਮਾਈਂਡ ਜਲਦੀ ਕਰ ਦੂਗਾ, ਟਾਈਮ ਬਚ ਜਾਊਗਾ। ਤਾਂ ਆਰ ਦੀ ਵੈਲਿਊ ਜੇ ਕੈਲਰੀ ਚ ਯੂਜ਼ ਕਰਨੀ ਹੋਵੇ ਦੈਨ ਵੀ ਕੈਨ ਯੂਜ਼ 2 ਕੈਲਰੀ ਮੋਲ ਇਨਵਰਸ ਕੈਲਵਿਨ ਇਨਵਰਸ। ਯਾਦ ਰੱਖ ਲਿਓ ਜੇ ਕਿਤੇ ਵੀ ਲੋੜ ਪਵੇ। एक एवोगैड्रो नंबर सुनिए, सॉरी बोल्टजमान्स कांस्टेंट। बोल्टजमान्स कांस्टेंट ये कौन हुंदा, देखो इन्हां दी डेफिनेशन सानू आउणियां चाहीदियां। ठीक है ना, बोल्टजमान कांस्टेंट हुंदा स्मॉल k इज इक्वल टू यूनिवर्सल गैस कांस्टेंट डिवाइड बाय एवोगैड्रो नंबर। यूनिवर्सल गैस कांस्टेंट डिवाइड बाय एवोगैड्रो नंबर। याद हो गया। हुण इहदा मतलब की आ, देखो पहली गल ते भी सानू आ समझना पਊ यूनिवर्सल गैस कांस्टेंट कौन। यूनिवर्सल गैस कांस्टेंट जिहड़ा आ, दिस इज द एनर्जी
ठीक है, ਜਿਹੜੀ ਕਿ ਸਾਨੂੰ ਚਾਹੀਦੀ ਆ 1 ਮੋਲ ਦਾ ਟੈਂਪਰੇਚਰ 1 ਡਿਗਰੀ ਵਧਾਉਣ ਦੇ ਵਾਸਤੇ, ਆਪਾਂ ਐ ਕਹਿ ਸਕਦੇ ਹਾਂ। ਠੀਕ ਆ, ਮਤਲਬ ਇਹਦੀ ਯੂਨਿਟ ਆ ਬਣਦੀ ਆ ਬੇਸਿਕਲੀ ਜੂਲ ਮੋਲ ਇਨਵਰਸ ਕੈਲਵਿਨ ਇਨਵਰਸ। ਤਾਂ ਜੇ ਮੈਂ ਐਵੋਗੈਡਰੋ ਨੰਬਰ ਨਾਲ ਡਿਵਾਈਡ ਕਰਦਾ, ਇਹਦਾ ਮਤਲਬ ਕੀ ਆ, ਦੇਖੋ 1 ਮੋਲ ਦੇ ਵਿੱਚ ਨੰਬਰ ਆਫ ਮੋਲੀਕਿਊਲ ਕਿੰਨੇ ਆ, ਐਵੋਗੈਡਰੋ ਨੰਬਰ ਦੇ ਬਰਾਬਰ ਤੇ 1 ਮੋਲੀਕਿਊਲ ਦੀ ਗੱਲਬਾਤ ਹੋ ਜੂਗੀ ਇੱਥੇ। 1 ਮੋਲੀਕਿਊਲ ਦਾ ਯੂਨੀਵਰਸਲ ਗੈਸ ਕਾਂਸਟੈਂਟ ਐ ਸਮਝ ਲਓ ਵੀ ਆਹ ਗੈਸ ਕਾਂਸਟੈਂਟ ਕਿਹਦਾ, 1 ਮੋਲ ਦਾ, ਆ ਗੈਸ ਆ ਕੇ ਕੌਣ ਆ, ਬੋਲਟਜ਼ਮਾਨ ਕਾਂਸਟੈਂਟ, ਇਹ 1 ਮੋਲੀਕਿਊਲ ਦਾ ਯੂਨੀਵਰਸਲ ਗੈਸ ਕਾਂਸਟੈਂਟ। ਸਮਝ ਆ ਰਹੀ ਗੱਲ? ਆ 1 ਮੋਲ ਦਾ ਮੋਲ ਇਨਵਰਸ ਕੈਲਵਿਨ ਇਨਵਰਸ, ਆ ਕਿਹਦਾ ਆ 1 ਮੋਲੀਕਿਊਲ, ਕਿਉਂਕਿ ਡਿਵਾਈਡ ਬਾय ਨੰਬਰ ਆਫ ਐਟਮ ਪਾਤਾ ਜਾਂ ਨੰਬਰ ਆਫ ਮੋਲੀਕਿਊਲ ਪਾਤਾ, ਵੰਡਿਆ ਗਿਆ ਨਾ ਹੁਣ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਇਹਦੀ ਵੈਲਿਊ ਜੇ ਫਾਈਂਡ ਕਰੀਏ ਤਾਂ ਕਿੰਨੀ ਆਊਗੀ ਵੀ? ਆਰ ਦੀ ਵੈਲਿਊ ਜੂਲ ਦੇ ਵਿੱਚ ਆ, ਆਰ ਦੀ ਵੈਲਿਊ ਜੂਲ ਦੇ ਵਿੱਚ ਆ, ਜੇ ਵੈਲਿਊ ਫਾਈਂਡ ਕਰੀਏ ਜੂਲ ਦੇ ਵਿੱਚ ਕਿੰਨੀ ਆਊਗੀ? ਆਰ ਦੀ ਵੈਲਿਊ 8.31 ਪੁੱਟ ਕਰੀਏ ਇਨਟੂ 10 ਟੂ ਦੀ ਪਾਵਰ, ਸੌਰੀ ਇਹ ਆ ਗਿਆ ਜੂਲ ਮੋਲ ਇਨਵਰਸ ਕੈਲਵਿਨ ਇਨਵਰਸ ਡਿਵਾਈਡ ਬਾय ਐਵੋਗੈਡਰੋ ਨੰਬਰ ਕਿੰਨੇ ਆ 6 into 10 to the power 23 ਜੂਲ, ਸੌਰੀ ਇਹ ਆ ਮੋਲੀਕਿਊਲਸ ਪਰ ਮੋਲ, ਮੋਲੀਕਿਊਲਸ ਇਹਦੀ ਯੂਨਿਟ ਮੋਲ ਇਨਵਰਸ ਹੀ ਹੋਣੀ ਗੱਲੀ, ਤਾਂ ਮੋਲ ਇਨਵਰਸ ਤੁਹਾਡਾ ਕਿੱਥੇ ਕੈਂਸਲ ਹੁੰਦਾ। ਠੀਕ ਆ, ਮੋਲੀਕਿਊਲਸ ਪਰ ਮੋਲ ਹੈ ਨਾ, ਤਾਂ ਮੋਲ ਇਨਵਰਸ ਇੱਥੇ ਕੈਂਸਲ ਹੋ ਜਾਂਦਾ, ਤੁਹਾਡਾ ਜੂਲ ਪਰ ਕੈਲਵਿਨ ਆ ਗਈ ਯੂਨਿਟ ਇਹਦੀ ਕੇ ਦੀ। ਇਹਨੂੰ ਸੋਲਵ ਕਰ ਦੋ, ਤੁਹਾਡੀ ਜਿਹੜੀ ਵੈਲਿਊ ਆਊਗੀ that is 1.38, ਯਾਦ ਰੱਖਣੀ ਪੈਣੀ ਹੈ 1.38 into 10 to the power -23 ਜੂਲ ਪਰ ਕੈਲਵਿਨ। ਇਹ ਬੋਲਟਜ਼ਮਾਨ ਕਾਂਸਟੈਂਟ ਦੀ ਵੈਲਿਊ ਆ, ਥੋੜਾ ਜਿਹਾ ਧਿਆਨ ਦੇ ਦਿਓ ਚੀਜ਼ ਕੀ ਹੈ ਬਸ। ਅੱਛਾ, ਮੈਂ ਇੱਕ ਗੱਲ ਤੁਹਾਨੂੰ ਦੱਸਣੀ ਭੁੱਲ ਗਿਆ, ਸਟੈਂਡਰਡ ਟੈਂਪਰੇਚਰ ਤੇ ਪ੍ਰੈਸ਼ਰ ਜਿਹੜਾ ਆ, ਧਿਆਨ ਨਾਲ ਸੁਣ ਲਿਓ, ਜਾਂ ਨਾਰਮਲ ਟੈਂਪਰੇਚਰ ਪ੍ਰੈਸ਼ਰ ਆਲਮੋਸਟ ਇੱਕੋ ਜੀ ਚੀਜ਼ ਹੀ ਆ। ਐਸਟੀਪੀ ਜਾਂ ਐਨਟੀਪੀ ਤੇ ਜਿਹੜਾ 1 ਮੋਲ ਹੁੰਦਾ, 1 ਮੋਲ ਦੇ ਵਿੱਚ ਆਪਾਂ ਨੂੰ ਇਹ ਵੀ ਪਤਾ ਲੱਗ ਗਿਆ ਵੀ ਨੰਬਰ ਆਫ ਐਟਮ ਜਾਂ ਮੋਲੀਕਿਊਲ ਐਵੋਗੈਡਰੋ ਨੰਬਰ ਹੁੰਦੇ ਆ। ਸਾਨੂੰ ਮਾਸ ਪਤਾ ਲੱਗ ਗਿਆ ਵੀ ਜਿੰਨਾ ਮਾਸ ਨੰਬਰ ਆ ਉਨੇ ਗ੍ਰਾਮ ਹੁੰਦਾ 1 ਮੋਲ ਚ। ਇੱਕ ਚੀਜ਼ ਰਹਿ ਗਈ, ਜੇ ਗੈਸ ਹੋਵੇ 1 ਮੋਲ, ਉਹਦੀ ਵੋਲਿਊਮ ਕਿੰਨੀ ਹੁੰਦੀ ਹੈ 1 ਮੋਲ ਚ? 22.4 ਲੀਟਰ। 22.4 ਲੀਟਰਸ। ਇਹ ਵੀ ਉੱਥੇ ਨੋਟ ਕਰੋ 1 ਮੋਲ ਦੇ ਕੋਲੇ। ਵੋਲਿਊਮ ਆਫ 1 ਮੋਲ ਗੈਸ, 1 ਮੋਲ ਦੀ ਡੈਫੀਨੇਸ਼ਨ ਜਿੱਥੇ ਕਰੀ ਉਹਦੇ ਕੋਲੇ ਉੱਪਰ ਲਿਖ ਦਿਓ, ਸਾਈਡ ਤੇ ਲਿਖ ਦਿਓ ਵੋਲਿਊਮ ਆਫ 1 ਮੋਲ ਗੈਸ। 1 ਮੋਲ ਗੈਸ ਦੀ ਵੋਲਿਊਮ ਕਿੰਨੀ ਹੋਊਗੀ? ਵੋਲਿਊਮ ਆਫ 1 ਮੋਲ ਗੈਸ is equal to 22.4 liters at NTP। NTP या STP कह लो, इको गल ही है। नॉर्मल टैंपरेचर प्रैशर जिहड़ा हुंदा या स्टैंडर्ड टैंपरेचर प्रैशर 1 एटमोस्फेरिक जिहड़ा अपने ते इस टाइम लग रहा वही आ। टैंपरेचर जिहड़ा नॉर्मल हुंदा वो 0 डिग्री सैल्सियस हुंदा। ठीक है, ध्यान रखियो, यानी कि 273 कैलविन, दोने ऑलमोस्ट सेम ही होंगे, माड़ा डेसीमल का फर्क है, चलो इन्ना चल जाता। ठीक है, ऑलमोस्ट सेम ही होंगे, याद रखनी गल। कंटिन्यू करा। हाँ भाई, वोल्टेजमान कांस्टेंट भी हो गया, नंबर ऑफ मोल फाइंड करने आ गए, सानू सारिया स्टोरीज आ गई सानू बेसिक दियां। ठीक, आगे चलते। इस तो बाद मेरे को जी नवी चीज पेश हो रही है वो हैगी आ आइडियल गैस इक्वेशन। आइडियल गैस, आइडियल गैस के बारे तुसी केमिस्ट्री च भी काफी पढ़िया। वो आइडियल गैस की चीज आ? वो गैस जिहड़ी गैस के सारे लॉज नू हरेक प्रैशर वॉल्यूम ते टैंपरेचर ते ओबे करदी आ। ठीक है, उन्होंने बोलते असी आइडियल गैस which obey all gas laws at every pressure volume and temperature, हरेक वैल्यू उन्होंने बोलते असी आइडियल गैस। और आइडियल गैस कोई भी नहीं हुंदी। समझ आ रही गल? ये साडी गल्लां वाली गैस, गल्लां वाली। ठीक है, पकाई आपां इहदी करी जावांगे, है नहीं। हाँ ठीक है बेटा, आइडियल गैस जी एवरी लॉ ऑफ गैस इज फॉलोड बाय आइडियल गैस।
या is obeyed by ideal gas at every pressure, volume and temperature. सारे pressure, volume, temperature. चलो भाई, इक्वेशन ऑफ जी आइडियल गैस है वो की है, पढ़ी हुई है 20 बार पढ़ी हुई, आप वरती भी बड़ी बार, पीवी इज इक्वल टू एनआरटी, कोई नवी थोड़ी है। पीवी इज इक्वल टू एनआरटी, ਪ੍ਰੈਸ਼ਰ ਇਨਟੂ ਵੋਲਿਊਮ, ਆ ਵਰਕ ਡਨ ਨਾ ਧਿਆਨ ਰੱਖਿਓ, P ਇਨਟੂ V ਵਰਕ ਹੁੰਦਾ, ਦਿਮਾਗ ਦੇ ਵਿੱਚ ਗੱਲ ਫਿੱਟ ਕਰ ਲਿਓ ਇਹ, P ਇਨਟੂ V ਕੀ ਹੁੰਦਾ, P ਇਨਟੂ V ਵਰਕ ਡਨ ਹੁੰਦਾ, ਜੂਲ ਐਵੇਂ ਨਹੀਂ ਸੀ ਆਇਆ R ਦੇ ਵਿੱਚ, ਦੈਟ ਇਜ਼ ਵਰਕ ਡਨ। ਮੰਨ ਲਓ ਮੈਂ ਇਥੋਂ R ਦੀ ਡੈਫੀਨੇਸ਼ਨ ਕਰਾਂ, ਦੇਖੋ ਕੀ ਡੈਫੀਨੇਸ਼ਨ ਬਣਦੀ ਆ, R is equal to PV upon NT, N number of mole ਆ, T temperature ਆ, PV upon NT, PV ਕੀ ਆ, PV ਆ ਵਰਕ ਡਨ, work done, n ਕੀ ਆ ਮੋਲ, ਨੰਬਰ ਆਫ ਮੋਲਸ, ਤੇ t ਕੀ ਆ ਟੈਂਪਰੇਚਰ ਕੈਲਵਿਨ ਦੇ ਵਿੱਚ। ਯਾਨੀ ਕਿ ਕਹਿਣ ਦਾ ਮਤਲਬ ਇਹ ਆ ਵੀ ਜੇ ਮੈਂ ਯੂਨੀਵਰਸਲ ਗੈਸ ਕਾਂਸਟੈਂਟ ਦੀ ਡੈਫੀਨੇਸ਼ਨ ਵੀ ਦੇਣੀ ਹੋਵੇ ਤਾਂ ਕੀ ਬੋਲੂੰਗਾ ਵੀ ਆਈਡੀਅਲ ਗੈਸ ਵਾਸਤੇ, ਠੀਕ ਹੈ ਨਾ। ਤੇ ਆਈਡੀਅਲ ਗੈਸ ਜਿਹੜੀ ਆ ਟੋਟਲ ਅਮਾਉਂਟ ਆਫ ਵਰਕ ਡਨ ਪਰ ਯੂਨਿਟ ਮੋਲ ਪਰ ਯੂਨਿਟ ਇਨਕਰੀਜ਼ ਇਨ ਇਟਸ ਟੈਂਪਰੇਚਰ ਫॉर एन आइडियल गैस, that is equal to R, ਉਹ ਯੂਨੀਵਰਸਲ ਗੈਸ ਕਾਂਸਟੈਂਟ। ਮਤਲਬ 1 ਮੋਲ ਗੈਸ ਦਾ, ਪੰਜਾਬੀ ਚ ਗੱਲ ਕਰੋ, 1 ਮੋਲ ਗੈਸ ਦਾ ਟੈਂਪਰੇਚਰ 1 ਡਿਗਰੀ ਵਧਾਉਣਾ, ਉਹਦੇ ਵਾਸਤੇ ਜਿਹੜਾ ਸਾਨੂੰ ਵਰਕ ਕਰਨਾ ਪੈ ਗਿਆ, ਹੀਟ ਦਿੱਤੀ ਹੋਊ, ਕੁਝ ਵੀ ਕੀਤਾ ਹੋਵੇ, ਸਾਨੂੰ ਵਰਕ ਕਰਨਾ ਪੈ ਗਿਆ, ਉਹ ਯੂਨੀਵਰਸਲ ਗੈਸ ਕਾਂਸਟੈਂਟ ਕੀ ਹੁੰਦਾ, ਉਹ ਯੂਨੀਵਰਸਲ ਗੈਸ ਕਾਂਸਟੈਂਟ ਹੁੰਦਾ, ਰੇਸ਼ੋ ਹਮੇਸ਼ਾ ਫਿਕਸ ਰਹਿੰਦਾ। ਜੇ ਟੈਂਪਰੇਚਰ ਵਧੂਗਾ ਇਧਰਲੇ ਪਾਸੇ, ਨੰਬਰ ਆਫ ਮੋਲ ਵਧਣਗੇ ਤਾਂ ਉੱਪਰ ਵਾਲੇ ਪਾਸੇ ਵਰਕ ਵੀ ਜ਼ਿਆਦਾ ਕਰਨਾ, ਘੱਟ ਮੋਲ ਆ ਵਰਕ ਵੀ ਘੱਟ ਕਰਨਾ, ਪੂਰਾ ਰੇਸ਼ੋ ਹਮੇਸ਼ਾ ਕਾਂਸਟੈਂਟ ਰਹਿੰਦਾ। ਔਰ ਦੀ ਵੈਲਿਊ ਤੁਹਾਨੂੰ ਲਿਖਵਾ ਚੁੱਕਿਆ, ਠੀਕ ਆ, 8.3 ਜੂਲ ਦੇ ਵਿੱਚ, ਨੋਟ ਹੋ ਗਿਆ। PV is equal to nRT ਨੋਟ ਹੋ ਗਿਆ, ਕਿਉਂ ਬਈ, ਸਮਝ ਵੀ ਆ ਰਿਹਾ। ਇੱਕ ਨਾ ਮੈਂ ਗੱਲ ਨੋਟ ਕਰਨੀ ਚਾਹੁੰਦਾ ਇੱਥੇ, ਧਿਆਨ ਨਾਲ ਸੁਣਿਓ। ਹੁਣ ਆਪਾਂ ਇਹਦੇ ਤੋਂ ਕਾਫੀ ਕੁਝ ਤਿਆਰ ਕਰ ਸਕਦੇ ਹਾਂ ਇਸ ਫਾਰਮੂਲੇ 'ਚ, ਇਸ ਫਾਰਮੂਲੇ 'ਚ ਆਪਾਂ ਕਾਫੀ ਕੰਮ ਦੇ ਫਾਰਮੂਲੇ ਕੱਢ ਸਕਦੇ, PV is equal to nRT ਕਿੱਦਾਂ, ਕਿਉਂਕਿ ਮੇਰੇ ਕੋਲੇ ਜਿਹੜਾ ਇਹ ਹੈਗਾ PV is equal to nRT 'ਚ ਨੰਬਰ ਆਫ ਮੋਲ ਆ, ਨੰਬਰ ਆਫ ਮੋਲ ਦਾ ਮੈਂ ਜਸਟ ਹੁਣੇ ਫਾਰਮੂਲਾ ਲਿਖ ਕੇ ਆਇਆ, ਗਿਵਨ ਮਾਸ ਅਪੋਨ ਮੋਲੀਕੂਲਰ ਮਾਸ ਜਾਂ ਮੋਲੀਕੂਲਰ weight ਕਹਿ ਲਓ, ਯਾਨੀ ਕਿ 1 ਮੋਲ ਦਾ ਮਾਸ ਜਿਹਨੂੰ ਬੋਲਦੇ ਆ, ਮਾਸ ਆਫ 1 ਮੋਲ, 1 ਮੋਲ ਦਾ ਮਾਸ, ਠੀਕ ਆ, ਗਿਵਨ ਮਾਸ ਸਾਡਾ ਦਿੱਤਾ ਹੋਇਆ ਮਾਸ, ਔਰ 1 ਮੋਲ ਦੇ ਵਿੱਚ ਨੰਬਰ ਆਫ ਐਟਮ ਕਿੰਨੇ ਹੁੰਦੇ ਆ, ਐਵੋਗੈਡਰੋ ਨੰਬਰ। ਤਾਂ ਇੱਥੋਂ ਮੈਂ ਕੁਝ ਚੀਜ਼ਾਂ ਜਿਹੜੀਆਂ ਇੱਥੋਂ ਨਵੀਆਂ ਕ੍ਰੀਏਟ ਕਰ ਸਕਦਾ, ਇਹ ਆਈਡੀਅਲ ਗੈਸ ਇਕੁਏਸ਼ਨ ਆ, ਤੁਹਾਡੇ ਕੰਮ ਆ ਜਾਣਗੀਆਂ, ਮਾੜਾ ਬਣਾ ਉਹ ਨੂਮੈਰੀਕਲਾਂ 'ਚ ਕੰਮ ਆਉਣਗੀਆਂ। ਕਿੱਦਾਂ, ਮੈਂ ਕੀ ਕੀਤਾ, PV is equal to n ਦੀ ਵੈਲਿਊ ਚੱਕੀ, ਤੇ n ਦੀ ਵੈਲਿਊ ਨੂੰ ਕੀ ਲਿਖਤਾ, ਗਿਵਨ ਮਾਸ m upon mass of 1 mole, ਠੀਕ ਆ, ਉਹਨੂੰ ਆਪਾਂ MW ਕਰਤਾ, ਮੋਲੀਕੂਲਰ weight, ਠੀਕ ਆ, ਜਿਹੜਾ ਹੁੰਦਾ ਸਾਡੇ ਕੋਲੇ, ਗਿਵਨ ਮਾਸ m ਹੋ ਗਿਆ, MW ਮੋਲੀਕੂਲਰ ਮਾਸ, ਠੀਕ ਆ, ਸਾਈਡ ਤੇ ਨੋਟ ਵੀ ਕਰ ਦਿਓ, ਨਾਲ ਮੇਰੇ ਕੋਲੇ RT ਲੱਗਿਆ ਹੀ ਹੋਇਆ, m ਹੈਗਾ ਗਿਵਨ ਮਾਸ, MW ਹੈਗਾ ਮੋਲੀਕੂਲਰ weight, ਜਾਣਬੁੱਝ ਕੇ ਲਿਖਿਆ ਮੈਂ, ਔਰ ਮਾਸ ਆਫ 1 ਮੋਲ, 1 ਮੋਲ ਦਾ ਮਾਸ, ਪੰਜਾਬੀ ਦੀ ਗੱਲ ਜ਼ਿਆਦਾ ਸਮਝ ਆਉਂਦੀ ਹੈ ਨਾ, 1 ਮੋਲ ਦਾ ਮਾਸ ਆਏ, ਯਾਦ ਹੋ ਗਿਆ। ਅੱਛਾ ਹੁਣ ਇੱਕ ਗੱਲ ਸੁਣਿਓ, ਗਿਵਨ ਮਾਸ ਕੋਈ ਹੋਰ ਹੋ ਸਕਦਾ, ਆਹ ਤਾਂ ਪੱਕਾ ਹੀ ਹੈ ਨਾ। ਅੱਛਾ ਇੱਕ ਗੱਲ ਆ ਵੀ ਜਿਹੜੀ ਗੈਸ ਦੀ ਗੱਲ ਕਰ ਰਹੇ ਆ, ਉਹਦੇ 1 ਮੋਲੀਕਿਊਲ ਦਾ ਮਾਸ ਤਾਂ ਸੇਮ ਹੀ ਆ, 1 ਮੋਲੀਕਿਊਲ ਦੇ ਮਾਸ ਨੂੰ ਮੈਂ ਨੰਬਰ ਆਫ ਮੋਲੀਕਿਊਲਸ ਨਾਲ ਮਲਟੀਪਲਾਈ ਕਰਦਾ ਤਾਂ ਗਿਵਨ ਮਾਸ ਆ ਜੂ, ਠੀਕ ਆ। ਗਿਵਨ ਮਾਸ ਕਿੰਨਾ, 1 ਮੋਲੀਕਿਊਲ ਦਾ ਮਾਸ ਸਮਾਲ m ਔਰ ਨੰਬਰ ਆਫ ਮੋਲੀਕਿਊਲਸ ਕੈਪੀਟਲ M। ਅੱਛਾ 1 ਮੋਲੀਕਿਊਲ ਦਾ ਮਾਸ ਸਮਾਲ m ਔਰ ਐਵੋਗੈਡਰੋ ਨੰਬਰ Na,
ਉਹ ਕੀ ਬਣ ਗਿਆ, ਉਹ ਆ ਬਣ ਗਿਆ ਮੋਲੀਕੂਲਰ weight। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਐਵੋ ਕਿਉਂਕਿ ਇੱਕ ਮੋਲ ਦੇ ਵਿੱਚ ਤਾਂ ਐਵੋਗੈਡਰੋ ਨੰਬਰ ਦੇ ਬਰਾਬਰ ਦੇ ਹੈਗੇ ਐਟਮ, ਔਰ ਗਿਵਨ ਮਾਸ ਦੇ ਵਿੱਚ ਸਾਨੂੰ ਦਿੱਤਾ ਹੋਇਆ ਕੋਈ ਵੀ ਮਾਸ ਆ ਉਹ ਚ ਨੰਬਰ ਆਫ ਐਟਮ ਹੈ, ਇਹ ਲਿਖਣੀਆਂ ਸਾਰੀਆਂ ਗੱਲਾਂ। ਸਮਾਲ m ਕੀ ਆ, ਮਾਸ ਆਫ ਈਚ ਮੋਲੀਕਿਊਲ, ਈਚ ਐਟਮ ਔਰ ਮੋਲੀਕਿਊਲ, ਇੱਕ ਐਟਮ ਜਾਂ ਮੋਲੀਕਿਊਲ ਦਾ ਮਾਸ ਸਮਾਲ m। कैपिटल N की नंबर ऑफ एटम्स और मॉलिक्यूल इन गिवन सैंपल, इन गिवन सैंपल का आइडियल गैस का जिहड़ा सैंपल सानू दिता ਉਹਦੇ ਵਿੱਚ नंबर ऑफ एटम या मॉलिक्यूल है n, तो n a की n a हैगा एवोगैड्रो नंबर, या बेटा ये एवोगैड्रो नंबर। स्टोरी भी समझ आ रही कि नहीं आ रही? ये बेटा एवोगैड्रो नंबर है, इनटू करता आर। याद हो रहा कि नहीं हो रहा? सिंपल सिंपल चीजें ही हैं। एम नाल एम कैंसिल हो गया, आर अपॉन एन ए मैं अलग कर लिया, या कैपिटल एन मैं अलग रख लिया, ते आई आर अपॉन एन ए मैं अलग लिखता, ते टी अलग लिखता। कर सकता मैं इदा? गलत तो नहीं होया? आर अपॉन एन ए हुणी पढ़ाया वोल्टेज मास कांस्टेंट, तो तुहाडा जिहड़ा पीवी दी वैल्यू आ, देखो आ भी आइडियल गैस इक्वेशन है ना, समझो भी आइडियल गैस इक्वेशन नहीं, आ भी आइडियल गैस इक्वेशन आ वाली, एवें ना समझो भी ये नहीं की। ते जिहड़ी हुण लिख रहे हैं कैपिटल एन के टी, ये भी आइडियल गैस इक्वेशन, पीवी इज इक्वल टू एन के टी, सारियां आइडियल गैस इक्वेशन है। एन के टी, एन की आ नंबर ऑफ एटम्स गिवन सैंपल दे विच, के वोल्टेज मान कांस्टेंट, ते टी एब्सोल्यूट टैंपरेचर जिहड़ा दिता है। ठीक है, पीवी वही वर्क है, यानी कि लैफ्ट साइड नहीं बदली, राइट साइड दे विच चेंज आके आ सारियां आइडियल गैस इक्वेशन नोट कर लो, गलत ना हो जाए। फॉलो भी कर रहे गल नूं कि नहीं कर रहे? फॉलो भी कर रहे गल नूं? मॉलिक्यूलर वेट है ना, आ गिवन मास है, मास इज इक्वल टू डेंसिटी इनटू वॉल्यूम, m अपॉन w। जे m नु इधर डिवाइड करदा, m नु इधर डिवाइड करदा तो मास अपॉन वॉल्यूम की बन गई डेंसिटी, गैस दी डेंसिटी। तो p अपॉन रो दी वैल्यू जिहड़ी आ साडी rt अपॉन mw आ जूगी। ठीक है, एरो ला के इत्थों ही एरो ला के एक फार्मूला होर बना लियो, ये तुहाडे न्यूमेरिकल च काम कराऊंगा सवाल में कि pv इज इक्वल टू पीवी अपॉन, इदा करो पी वी बाय एम इज इक्वल टू आर टी बाय एम डब्ल्यू। चेक करो मैं ठीक लिखा? आ तो एक मोल का हो गया एम डब्ल्यू मास, जिहड़ा गिवन मास है उधर डिवाइड करता, तो गिवन वॉल्यूम भी दी, गिवन मास भी दिता। मास अपॉन वॉल्यूम की हुंदा? डेंसिटी ऑफ गैस। तो गैस की डेंसिटी पी अपॉन रो इज द डेंसिटी ऑफ गैस। तो आ रेशो पी अपॉन रो कितना आ गया? आर T by MW। RT by MW। मैं इत्थे एक गल होर ज्यादा क्लीयर करदा तुहानू, टैंपरेचर दी वैल्यू वैरी कर सकदी है, प्रैशर वैरी कर सकदा, डेंसिटी वैरी कर सकदी है, R नहीं वैरी करदा, MW भी नहीं वैरी करदा। जो आपां सैंपल लिया ਉਹਦੇ ਵਿੱਚ ਜਿਹੜਾ ਮੋਲੀਕੂਲਰ ਇੱਕ ਮੋਲ ਦਾ ਮੋਲੀਕੂਲਰ weight ਹੈ, ਇੱਕ ਮੋਲ ਦਾ ਮਾਸ ਆ, ਉਹ ਥੋੜੀ ਬਦਲ ਜੂਗਾ, ਉਹ ਤਾਂ ਉਹਨੇ ਦਾ ਰਹਿਣਾ ਹੀ ਉਹਨੇ। ਠੀਕ ਆ, ਤਾਂ ਆ ਦੋ ਚੀਜ਼ਾਂ ਕਾਂਸਟੈਂਟ ਆ, ਬਾਕੀ ਸਾਰੇ ਵੈਰੀ ਕਰਦੇ ਆ। ਆਰ ਤੇ MW ਕਾਂਸਟੈਂਟ। ਤਾਂ ਮੈਂ ਕੰਮ ਕਰਦਾ, ਆ ਫਾਰਮੂਲਾ ਬਹੁਤ ਅੱਛਾ ਬਣਿਆ। ਮੈਂ ਕੀ ਕਰਦਾ, ਮੈਂ ਇਹਨੂੰ P upon rho T ਲਿਖ ਲੈਣਾ, P upon rho। ਜਦੋਂ P upon rho T ਲਿਖਿਆ, this is equal to R upon MW and it is always a constant। ये रेशो हमेशा कांस्टेंट रहेगा। P upon rho T
हमेशा कांस्टेंट रहिंदा। फॉलो कर रहे गल नूं कि नहीं कर रहे? किसी भी गैस दियां दो अलग अलग स्टेट आ, एक टैंपरेचर T1 तो T2 तक चले गए, वो बंदा कहे दसो जी प्रैशर कितना कितना चेंज आया, टैंपरेचर फलाने तो फलाना हो गया, तो सानू आ चीज यूज करांगे आपां इत्थे। ठीक है, आ चीज यूज करके सवाल आने आके सवाल कराऊंगा तुहानू आ वाला फंडे ते भी और आ वाले फंडिਆਂ ਦੇ। ठीक है, दोनों के क्वेश्चन ਜਿਹੜੇ ਹੈਗੇ ਆ ਆਪਾਂ करते हैं। ਮੈਨੂੰ ਉਮੀਦ ਹੈ ਤੁਹਾਡੇ ਕਲੀਅਰ ਹੈ। ਜੇ ਕਿਸੇ ਨੂੰ ਕੋਈ ਸ਼ੱਕ ਹੈ ਇਹਦੇ ਵਿੱਚ ਹਜੇ ਤੱਕ, ਉਹ ਬੱਚਾ ਆਪਣਾ ਸ਼ੱਕ ਕੱਢ ਲਿਓ ਬਈ। ਪਤਾ ਵੀ ਲੱਗ ਰਿਹਾ। ਅੱਛਾ ਇੱਕ ਗੱਲ ਹੋਰ ਕਲੀਅਰ ਕਰਦਾ, ਚਲੋ ਖਲਾਰਾ ਤਾਂ ਜਿੰਨਾ ਪਾਣੀ ਚ ਮਧਾਣੀ ਪਾ ਕੇ ਜੋ ਮਰਜ਼ੀ ਕਰੀ ਚੱਲੀਏ। ਠੀਕ ਹੈ ਨਾ, R upon MW ਨੂੰ ਫਿਰ ਉਹੀ M into NA ਕਰਦਾ। ਠੀਕ ਹੈ, ਤਾਂ ਇਹ K ਦੀ ਟਰਮ ਚ ਵੀ ਇਹਨੂੰ ਲਿਖਿਆ ਜਾ ਸਕਦਾ। ਇੰਨਾ ਖਲਾਰਾ ਨਹੀਂ ਪਾਉਣਾ, ਚੱਲ ਇੰਨਾ ਬਹੁਤ ਹੈ। ਇੱਕ ਵਾਰ ਆ ਦੋ ਫਾਰਮੂਲੇ ਦਾ ਧਿਆਨ ਰੱਖੋ। ਦੇਖੋ ਇਹ ਤੇ ਸਵਾਲ ਪਏ ਆ ਕਿਉਂਕਿ ਬੱਚੇ ਫਸਦੇ ਕਦੋਂ ਜਦੋਂ ਫਾਰਮੂਲੇ ਨਹੀਂ ਪਤਾ ਬੱਚੇ ਨੂੰ ਮੈਂ ਲਾਉਣਾ ਕਿਹਦਾ। ਬੱਚੇ ਨੂੰ ਆਈਡੀਅਲ ਗੈਸ ਇਕੁਏਸ਼ਨ ਤਾਂ ਪਤਾ, ਉਹਦੀਆਂ ਫਾਰਮਸ ਨਹੀਂ ਪਤਾ ਵੀ ਇਹ ਫਾਰਮੂਲੇ ਹੈਗੇ ਆ ਵੀ ਆਈਡੀਅਲ ਗੈਸ, ਆ ਵੀ ਆਈਡੀਅਲ ਗੈਸ ਇਕੁਏਸ਼ਨ ਨਹੀਂ ਹੈ। ਹੋਰ ਕੀ ਹੈ, ਆਪਾਂ ਇੱਕ ਚੋਂ ਹੀ ਸਾਰਾ ਕੁਝ ਕੱਢਿਆ। ਤਾਂ ਆਈਡੀਅਲ ਗੈਸ ਇਕੁਏਸ਼ਨ ਕੱਲੀ PV = nRT ਨਹੀਂ ਹੁੰਦੀ। ਇਹ ਗੱਲ ਦਿਮਾਗ ਖੋਲ ਕੇ ਵਿੱਚ ਬਿਠਾ ਲਿਓ। ਆਈਡੀਅਲ ਗੈਸ ਇਕੁਏਸ਼ਨ ਜਿਹੜੀਆਂ ਇਹ ਸਾਰੀਆਂ ਫਾਰਮਸ ਆ, ਇਹਨਾਂ ਚੋਂ ਪਤਾ ਨਹੀਂ ਕਿਹੜੀ ਸਾਡੇ ਸਵਾਲ 'ਚ ਲੱਗ ਜਾਵੇ। ਸਵਾਲ ਹੋ ਜੂ ਤੁਹਾਡਾ, ਮੈਨੂੰ ਇੰਨਾ ਪਤਾ ਜੇ ਆਈਡੀਅਲ ਗੈਸ ਦਾ ਹੈ। ਬਸ ਥੋੜੇ ਜਿਹੇ ਦਿਮਾਗ ਨੂੰ ਖੋਲ ਕੇ। ਠੀਕ ਆ, ਸਾਨੂੰ ਆ ਦੋ ਤਿੰਨ ਨਿੱਕੇ ਨਿੱਕੀਆਂ ਜਿਹੀਆਂ ਗੱਲਾਂ ਜਿਹੜੀਆਂ K ਦਾ ਫਾਰਮੂਲਾ ਹੋ ਗਿਆ, ਐਵੋਗੈਡਰੋ ਨੰਬਰ ਹੋ ਗਿਆ, ਮੋਲ ਹੋ ਗਿਆ, ਇਹ ਕਨਸੈਪਟ 'ਚ ਧਿਆਨ ਹੋਣੇ ਚਾਹੀਦੇ, ਹੋ ਜਾਣਗੇ। ਓਕੇ, ਆ ਜਾਓ ਗੈਸ ਲੌਸ ਦੀ ਗੱਲ ਕਰੀਏ ਆਪਾਂ। ਗੈਸ ਲੌਸ ਔਖੇ ਸੌਖੇ, ਮੈਂ ਬਾਹਲਾ ਟਾਈਮ ਨਹੀਂ ਲਾਉਣਾ ਇਹਨਾਂ ਤੇ, ਪਤਾ ਨਾ, ਕਿਉਂਕਿ ਕੈਮਿਸਟਰੀ 'ਚ ਤੁਸੀਂ ਇਹਨਾਂ ਨੂੰ ਘਸਾਇਆ ਪਿਆ ਚੰਗੀ ਤਰ੍ਹਾਂ ਪੜ੍ਹ ਕੇ। ਹੈ ਨਹੀਂ ਘਸਾਏ ਤਾਂ ਦੱਸੋ। ਸਭ ਤੋਂ ਪਹਿਲਾਂ ਕੈਮਿਸਟਰੀ 'ਚ ਮੈਨੂੰ ਲੱਗਦਾ ਗੈਸ ਲੌ ਹੀ ਹੋਣੇ ਆ। ਹੈ +1 ਦੇ ਵਿੱਚ ਆਉਂਦੇ ਸੌਰੀ ਹੋ ਬਈ ਬੋਇਲਸ ਲੌ ਉਹੀ ਆਉਂਦਾ ਨਾ। ਅੱਛਾ ਚਲੋ ਆ ਬੋਇਲਸ ਲੌ, ਗੈਸ ਲੌਸ ਦੇ ਬਾਰੇ ਗੱਲ ਕਰਾਂਗੇ। ਤਾਂ ਮੈਂ ਜ਼ਿਆਦਾ ਖਲਾਰਾ ਨਹੀਂ ਪਾਉਣਾ, ਜਸਟ ਸ਼ਾਰਟ 'ਚ ਚੱਲੂਗਾ। ਬੋਇਲਸ ਲੌ ਮੈਂ ਤੁਹਾਨੂੰ ਥਿਊਰੀ 'ਚ ਇਹ ਗੱਲਾਂ ਸਮਝਾਈਆਂ ਵੀ ਹੋਈਆਂ, ਮਾੜਾ ਜਿਹਾ ਮੈਂ ਦੁਬਾਰਾ ਰਿਪੀਟ ਕਰ ਦਿੰਦਾ ਵੀ ਤਿੰਨ ਚੀਜ਼ਾਂ ਹੁੰਦੀਆਂ, ਇੱਕ P ਹੁੰਦਾ, ਇੱਕ V ਹੁੰਦਾ ਤੇ ਤੀਸਰਾ T ਹੁੰਦਾ, PVT। ਜੇ ਲੌਜ਼ ਨੂੰ ਸਿੱਧਾ ਰੱਟਾ ਮਾਰੋਗੇ ਯਾਦ ਨਹੀਂ ਹੁੰਦੇ, ਇਹਨੂੰ ਇੱਥੋਂ ਯਾਦ ਕਰਿਓ। ਕਿੱਦਾਂ ਯਾਦ ਕਰਿਓ? ਜਦੋਂ ਬੋਇਲਸ ਲੌ ਆ ਤਾਂ ਟੈਂਪਰੇਚਰ ਕਾਂਸਟੈਂਟ ਆ, ਯਾਨੀ ਕਿ ਆਈਸੋਥਰਮਲ ਪ੍ਰੋਸੈਸ ਆ। ਇਹ ਗੱਲ ਮੈਂ ਆਈਸੋਥਰਮਲ 'ਚ ਲਿਖਵਾਈ ਸੀ ਵੀ ਬੋਇਲਸ ਲੌ ਨੂੰ ਓਬੇ ਕਰਦਾ। ਹੁਣ ਜੇ ਚੀਜ਼ ਸਾਡੇ ਯਾਦ ਆ ਤਾਂ ਬਾਕੀ ਤਿੰਨੋਂ ਲੌ ਹੀ ਯਾਦ ਆ ਸਾਡੇ, ਕੋਈ ਵੀ ਲੌ ਨਹੀਂ ਭੁੱਲਦਾ ਤੁਹਾਨੂੰ ਜੇ ਯਾਦ ਆ। ਆਈਸੋਥਰਮਲ ਦਾ ਮਤਲਬ ਟੈਂਪਰੇਚਰ ਕਾਂਸਟੈਂਟ, ਸਮਝ ਆ ਰਹੀ ਗੱਲ? ਵੈਨ T is constant यानी कि टेंपरेचर कांस्टेंट, ਤਾਂ ਜਿਹੜਾ ਪ੍ਰੈਸ਼ਰ ਤੇ ਵੋਲਿਊਮ ਆ ਉਹ ਇਨਵਰਸਲੀ ਪ੍ਰੋਪੋਰਸ਼ਨਲ ਹੁੰਦੇ ਆ। ਪ੍ਰੈਸ਼ਰ ਵਧੂਗਾ ਤਾਂ ਵੋਲਿਊਮ ਘਟੂਗੀ, ਇਹ ਆਪਾਂ ਨੂੰ ਵੀ ਪਤਾ ਵੀ ਪ੍ਰੈਸ਼ਰ ਵਧਾਵਾਂਗੇ ਤਾਂ ਵੋਲਿਊਮ ਘਟੂਗੀ, ਗੈਸ ਨੂੰ ਦੱਬਾਂਗੇ ਤਾਂ ਵੋਲਿਊਮ ਘਟੂਗੀ, ਪ੍ਰੈਸ਼ਰ ਵਧੂਗਾ। ਠੀਕ ਆ, ਤਾਂ ਵੋਲਿਊਮ ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ ਪ੍ਰੈਸ਼ਰ ਜਾਂ ਪ੍ਰੈਸ਼ਰ ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ ਵੋਲਿਊਮ, ਇੱਕੋ ਗੱਲ ਹੀ ਆ। ਠੀਕ ਆ, ਕੋਈ ਗਲਤ ਨਹੀਂ ਕਰਦਾ, ਪਰ ਇੰਨਾ ਜ਼ਰੂਰ ਆ ਵੀ PV = constant। PV ਡਾਇਰੈਕਟਲੀ ਪ੍ਰੋਪੋਰਸ਼ਨਲ ਟੂ 1 ਤਾਂ ਹੋ ਨਹੀਂ ਸਕਦਾ, ਇਹਨੂੰ ਲਿਖਾਂ constant upon P, ਔਰ ਇਹਨੂੰ ਐ ਲਿਖ ਸਕਦੇ PV = a constant। ਆ ਸਾਡਾ ਆਈਸੋਥਰਮਲ ਪ੍ਰੋਸੈਸ ਦੀ ਇਕੁਏਸ਼ਨ ਸੀ, ਪੜ੍ਹੀ ਹੋਵੇ। ਆਈਸੋਥਰਮਲ ਪ੍ਰੋਸੈਸ ਤੇ ਗੈਸ ਲੌ ਇੱਕੋ ਗੱਲ ਆ, ਬੋਇਲਸ ਲੌ ਇੱਕੋ ਗੱਲ। ਯਾਦ ਹੋ ਗਿਆ? ਯਾਦ ਹੋ ਗਿਆ? ਜੇ ਦੋ ਸਟੇਟਸ ਦੇ ਵਿੱਚ ਗੱਲ ਕਰੀਏ ਵੀ ਇੱਕ ਸਟੇਟ ਆ ਵਾਲੀ, ਇੱਕ ਸਟੇਟ ਆ ਵਾਲੀ, P1 V1 ਤੋਂ P2 V2 T ਤੱਕ ਗਿਆ, ਤਾਂ P1 V1 ਤੇ P2 V2 ਬਰਾਬਰ ਹੁੰਦੇ, ਇਹ 'ਚ ਦੱਸਣ ਦੀ ਲੋੜ ਆ ਕੁਛ? ਉਹੀ ਚੀਜ਼ਾਂ ਜਿਹੜੀਆਂ ਆਈਸੋਥਰਮਲ ਪ੍ਰੋਸੈਸ 'ਚ ਕੀਤੇ, ਕੋਈ ਅਲੱਗ ਤੇ ਨਹੀਂ ਨਾ। ਠੀਕ ਆ, ਇਹ ਗੱਲਾਂ ਵੀ ਯਾਦ ਰੱਖਣੀਆਂ। ਗ੍ਰਾਫ ਬਣਾਉਣੇ, ਗ੍ਰਾਫ ਬਣਾ ਲਓ। ਹੁਣ ਦੇਖੋ ਗ੍ਰਾਫ ਬਣਾਈਏ ਆਪਾਂ ਇੱਕ ਦੋ। ਮੰਨ ਲਓ ਪ੍ਰੈਸ਼ਰ ਉੱਪਰ ਵੱਲ ਨੂੰ ਤੇ ਵੋਲਿਊਮ ਇੱਧਰ ਵੱਲ ਨੂੰ, ਤਾਂ ਪ੍ਰੈਸ਼ਰ ਦੇ ਨਾਲ ਵੋਲਿਊਮ ਡਿਕਰੀਜ਼ ਕਰ ਰਹੀ ਹੈ, ਵੀ ਗ੍ਰਾਫ ਇੱਦਾਂ, ਪ੍ਰੈਸ਼ਰ ਦੇ ਨਾਲ ਵੋਲਿਊਮ ਘਟ ਰਹੀ ਹੈ। ਠੀਕ ਆ, ਗ੍ਰਾਫ ਸਲੋਪ ਬਣ ਗਈ, ਬਣ ਗਈ ਨਾ। ਆਈਸੋਥਰਮਲ ਦੀ ਸਲੋਪ ਘੱਟ ਹੁੰਦੀ ਆ, ਐਡੀਆਬੈਟਿਕ ਦੀ ਜ਼ਿਆਦਾ ਤੇਜ਼ ਹੁੰਦੀ ਹੈ ਸਲੋਪ। ਉਹ ਆਪਾਂ ਪਤਾ ਨਹੀਂ ਕਦੋਂ ਦਾ ਪੜ੍ਹ ਲਿਆ। ਜੇ ਖੁਦਾ ਨਾ ਖਾਸਤਾ ਤੁਹਾਨੂੰ ਗ੍ਰਾਫ ਏਦਾਂ ਦਾ ਆ ਜਾਵੇ ਵੀ 1/, ਪ੍ਰੈਸ਼ਰ ਦਾ ਵੋਲਿਊਮ ਨਾਲ ਗ੍ਰਾਫ ਬਣਾਓ, ਤਾਂ ਗ੍ਰਾਫ ਕਿਦਾਂ ਦਾ ਬਣੂਗਾ? ਹਾਂ ਬਈ, 1/, ਪ੍ਰੈਸ਼ਰ ਵੋਲਿਊਮ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਆ।
graph will be like this. आ भी Boyle's law, वो भी Boyle's law. Okay, जे कोई ਤੁਹਾਨੂੰ ਕਹਿ ਦੇਵੇ ਕੰਮ ਕਰੋ, ਤੁਸੀਂ ਗ੍ਰਾਫ ਬਣਾਓ ਪੀਵੀ ਦਾ ਪ੍ਰੈਸ਼ਰ ਨਾਲ, ਪ੍ਰੈਸ਼ਰ ਵੈਰੀ ਕਰਵਾਇਆ, ਪੀਵੀ ਚ ਕੀ ਚੇਂਜ ਆਉਂਦਾ, ਦੱਸੋ ਪੀਵੀ ਚ ਕੀ ਚੇਂਜ ਆਉਂਦਾ? ਪੀਵੀ ਆਲਵੇਜ਼ ਦਾ ਕਾਂਸਟੈਂਟ, ਤਾਂ ਗ੍ਰਾਫ ਕਿਦਾਂ ਦਾ ਬਣੂਗਾ? ਸਟ੍ਰੇਟ ਲਾਈਨ ਉੱਪਰ ਵੱਲ ਨੂੰ ਜਾਂ ਹੌਰੀਜ਼ੌਂਟਲ ਜਾਂ ਵਰਟੀਕਲ? ਸੋਚ ਲਿਓ। ਹਾਂ, ਹੌਰੀਜ਼ੌਂਟਲ ਬਣ, ਪ੍ਰੈਸ਼ਰ ਦੇ ਨਾਲ ਕੋਈ ਵੈਰੀ ਨਹੀਂ ਕਰਦਾ, ਪ੍ਰੈਸ਼ਰ ਨਾਲ ਪੀਵੀ ਹਮੇਸ਼ਾ ਕਾਂਸਟੈਂਟ ਰਹਿੰਦਾ। ਬਣਾ ਲਿਆ? ਅੱਛਾ, ਜੇ ਪ੍ਰੈਸ਼ਰ ਦੀ ਥਾਂ ਤੇ ਵੋਲਿਊਮ ਕਰਦਾ ਇੱਥੇ, ਫਿਰ ਵੀ ਕਾਂਸਟੈਂਟ। ਇੱਕ ਗ੍ਰਾਫ ਹੋਰ ਬਣਾ ਲਓ। ਇਹ ਸਾਰੇ ਬੋਇਲਜ਼ ਲਾਅ ਹੀ ਆ। ਹੁਣ ਪੇਪਰ ਚ ਆ ਜਾਵੇ ਵੀ ਵਿਚ ਆਫ these graph represent Boyle's law, ਤਾਂ ਤੁਹਾਨੂੰ ਉਹ ਗ੍ਰਾਫ ਦਿੱਤਾ ਹੋਵੇ ਤਾਂ ਤੁਸੀਂ ਕਹਿਣਾ ਇਹ ਤਾਂ ਹੈ ਹੀ ਨਹੀਂ, ਬੋਇਲ ਦਾ ਤਾਂ ਆਹੀ ਹੈ, ਪੜਿਆ ਸੀ। ਆ ਤਾਂ ਯਾਦ ਹੁੰਦਾ ਨਾ ਸਾਡੇ ਇਨਵਰਸਲੀ ਪ੍ਰਪੋਰਸ਼ਨਲ, ਆ ਥੋੜੀ ਯਾਦ ਹੁੰਦਾ ਸਾਡੇ ਪੀਵੀ ਇਜ਼ ਇਕੁਅਲ ਟੂ ਕਾਂਸਟੈਂਟ। ਇਸੇ ਕਰਕੇ ਬੱਚੇ ਡਰਦੇ ਇਸ ਚੈਪਟਰ, ਹੈ ਸੌਖਾ ਹੈ, ਸਵਾਲ ਨਹੀਂ ਹੁੰਦਾ ਇਹਦਾ। ਆ ਤੋਂ ਇਸੇ ਕਰਕੇ ਸਮਝ ਆ ਰਹੀ ਗੱਲ? ਕਿਉਂਕਿ ਬੱਚਾ ਸਿਰਫ ਇੱਕ ਛੋਟਾ ਜਿਹਾ ਕਨਸੈਪਟ ਯਾਦ ਕਰਨ ਦੀ ਕੋਸ਼ਿਸ਼ ਕਰਦਾ, ਠੀਕ ਆ, ਉਹ ਅੱਗੇ ਵੱਲ ਨੂੰ ਨਹੀਂ ਜਾਂਦਾ ਵੀ ਇਹਦੇ ਵਿੱਚ ਹੋਰ ਵੀ ਗੱਲਾਂ ਨਿਕਲਦੀਆਂ ਨਿੱਕੀਆਂ ਨਿੱਕੀਆਂ। ਸਮਝ ਆ ਰਹੀ ਨਾ? ਤਾਂ ਜੇ ਇੱਕ ਗ੍ਰਾਫ ਹੋਰ ਬਣਾਓ ਤੁਸੀਂ, ਆ ਬਣਾ ਲਓ, ਇਧਰ ਵੋਲਿਊਮ ਲਿਖ ਲਿਓ, ਦਿਸ ਇਜ਼ ਆਲਵੇਜ਼ ਅ ਕਾਂਸਟੈਂਟ, ਪੀਵੀ ਨੇ ਕਾਂਸਟੈਂਟ ਰਹਿਣਾ। ਜੇ ਤੁਸੀਂ ਮੰਨ ਲਓ ਪੀਵੀ ਨੂੰ ਇੱਧਰ ਲਿਖਤਾ, ਵੋਲਿਊਮ ਨੂੰ ਇੱਥੇ ਲਿਖਤਾ, ਤਾਂ ਗ੍ਰਾਫ ਵਰਟੀਕਲ ਖੜਾ ਹੋ ਜਾਊਗਾ ਤੁਹਾਨੂੰ, ਠੀਕ ਹੈ ਨਾ? ਪੀਵੀ ਨੇ ਨਹੀਂ ਬਦਲਣਾ, ਪ੍ਰੈਸ਼ਰ ਬਦਲਿਆ, ਵੋਲਿਊਮ ਬਦਲਿਆ, ਵੀ ਪੀਵੀ ਨੇ ਨਹੀਂ ਬਦਲਣਾ। ਫੋਲੋ ਕਰ ਰਹੇ? ਬਣਾ ਲਓ ਫਿਰ, ਬੈਠੇ ਕਾ ਤੋਂ, ਜਲਦੀ ਕਰੋ। ठीक है ना? आ वॉल्यूम वाला बन गया। जे मान लो पीवी हॉरिजॉन्टल करदा तो वर्टिकल ग्राफ बना दो। ये साडा बॉयल्स लॉ सी, याद हो गया सारे दे? हो गया ना? चलो चार्ल्स पे चलिए। चार्ल्स लॉ, हाँ भाई, चार्ल्स लॉ, चार्ल्स लॉ देखो नंबर आवाज आ रही है? आवाज सही आ रही मंश? Yes, sir. हाँ भाई, चार्ल्स की कहंदा इथों जंप करो इत्थे ते किहनू कांस्टेंट कर दो? प्रेशर नू, प्रेशर की कांस्टेंट। हुण प्रेशर कांस्टेंट करना चार्ल्स, टैंपरेचर तो जंप करना, इथों इथों जंप करांगे विचाले, गेड़ा ही देना एक, याद हो गए सारे लो, ठीक है, कोई मुश्किल नहीं। When pressure is equal to constant, then volume is directly proportional to temperature. Temperature ਵਧਾਇਆ ਵੋਲਿਊਮ ਵੱਧ ਜਾਂਦੀ ਹੈ, ਟੈਂਪਰੇਚਰ ਘਟਾਇਆ ਵੋਲਿਊਮ ਘਟ ਜਾਂਦੀ ਆ। ਇਹ ਸਾਰੇ ਥਰਮੋਡਾਇਨਾਮਿਕ ਪ੍ਰੋਸੈਸ ਆ ਜਿਹੜੇ ਆਪਾਂ ਆਲਰੇਡੀ ਕਰ ਚੁੱਕੇ ਆ। ਓਕੇ, ਇਹਦਾ ਮਤਲਬ ਇਹਨੂੰ ਮੈਂ ਇਦਾਂ ਵੀ ਲਿਖ ਸਕਦਾ, V/T is equal to constant। V/T constant, ਜੇ V/T constant है तो T/V constant ना होगा? वो भी होगा, ठीक है। ग्राफ बनाओ, V/T constant बहुत इंपॉर्टेंट है। हाँ भाई, इधर वॉल्यूम, इधर टेंपरेचर, ग्राफ स्ट्रेट जाऊगा कि नहीं जाऊगा? V/T ਦਾ ਵੋਲਿਊਮ ਨਾਲ ਗ੍ਰਾਫ ਕਿਦਾਂ ਦਾ ਹੋਊਗਾ? ਕਾਂਸਟੈਂਟ ਦਾ ਮਤਲਬ ਗ੍ਰਾਫ ਕਿਦਾਂ ਦਾ ਹੋਊਗਾ? ग्राफ विल बी a horizontal line, ग्राफ एक horizontal line हो। फॉलो कर रहे हैं? प्रेशर नाल V/T दा प्रेशर नाल ग्राफ
that will also be a horizontal line. ਮੈਨੂੰ ਪੂਰੀ ਉਮੀਦ ਆ ਤੁਹਾਡੇ ਕਲੀਅਰ ਆ। ਜੇ ਕਿਸੇ ਨੂੰ ਸ਼ੱਕ ਆ ਪੁੱਛ ਲਓ। ਇੱਥੇ ਕਦੇ ਨਾਲ ਸੌਰੀ ਟੈਂਪਰੇਚਰ ਨਾਲ ਗਲਤ ਲੈ ਕੇ ਆਵਾਂ। ओके हाँ प्रेशर तो है ही कांस्टेंट, वेरी नहीं करता। प्रेशर तो है ही कांस्टेंट है। जे तू इत्थे प्रेशर लिखता तो तू तो प्रेशर वेरी करा रही है। प्रेशर तो ग्राफ च लैके नहीं ना होना, वो तो है ही कांस्टेंट है। चलिए लिखो तीसरा। तीसरा केड़ा है? गेल-लुजैक्स लॉ। किधर नूं जाना हुण इत्थों? वॉल्यूम पे। कांस्टेंट कौन आ? वॉल्यूम। वॉल्यूम कांस्टेंट। when V is equal to constant, केड़ा प्रोसेस है कांस्टेंट वेलोसिटी वॉल्यूम वाला? आइसोकोरिक प्रोसेस। आइसोकोरिक पिछला प्रोसेस आइसोबारिक सी। जेड़ा प्रोसेस पढ़िया है ना ਆਪਾਂ चार्ल्स लॉ, वो आइसोबारिक प्रोसेस सीगा। ये वाला केड़ा है? आइसोकोरिक प्रोसेस। वॉल्यूम कांस्टेंट। जो वॉल्यूम कांस्टेंट हुण इत्थे इत्थे के वॉल्यूम कांस्टेंट तो टैंपरेचर ਵਧਾਇਆ ਪ੍ਰੈਸ਼ਰ ਵੱਧ ਹੀ ਆ, ਪਤਾ ਹੀ ਆਪਾਂ ਨੂੰ। ਪ੍ਰੈਸ਼ਰ ਕੁੱਕਰ ਆ, ਉਹਨੂੰ ਸਿੰਪਲ ਜਿਹਾ ਐਗਜ਼ਾਮਪਲ ਆ ਵੀ ਹੀਟ ਦਿੱਤੀ, ਟੈਂਪਰੇਚਰ ਅੰਦਰ ਵੱਧ ਗਿਆ, ਅੰਦਰ ਪ੍ਰੈਸ਼ਰ ਵੀ ਤਾਂ ਵਧਿਆ ਤਾਂ ਹੀ ਸੀਟੀ ਵੱਜੀ ਨਾ। ਡਾਇਰੈਕਟਲੀ ਪ੍ਰੋਪੋਰਸ਼ਨਲ। P डायरेक्टली प्रोपोर्शनल टू T या P अपॉन T किदे इक्वल? कांस्टेंट। P अपॉन T कांस्टेंट। समझ आ रही है? कदों? जदों वॉल्यूम कांस्टेंट हो। आइसोकोरिक प्रोसेस है। ग्राफ बनाओ हम तो याद हो गए होने। इधर वाल नूं टैंपरेचर, उपर वाल नूं प्रैशर, स्ट्रेट लाइन। P अपॉन T दा P नाल बना दो, P अपॉन T दा T नाल बना दो, टैंपरेचर नाल, दोनों ही स्ट्रेट लाइन। जिद्दां पिछला काम कीता, जस्ट लाइक दैट, जमा सेम। हाँ भाई, इस तो बाद एक ना लॉ उन्होंने बोलते एवोगैड्रोस लॉ। लिख लो एवोगैड्रोस लॉ। एवोगैड्रो की कहंदा? ये तो वही गल कहंदा जिहड़ी आपां पहलां पढ़ चुके हैं। ठीक है, तुहानूं फिर पता लगू भी वही है। ठीक है, लिख लियो। इट स्टेट्स दैट at same temperature and pressure, at same temperature and pressure, temperature ते pressure same हो गए, कॉमा ला दियो, equal volume of all gases, equal volume of all gases contain equal number of molecules। ये वॉल्यूम सेम होवे तो उस नंबर ऑफ मॉलिक्यूल भी सेम होंगे। इक्वल नंबर ऑफ, इक्वल वॉल्यूम ऑफ ऑल गैसेस कंटेन इक्वल नंबर ऑफ मॉलिक्यूल्स। समझ आ रही गल? यानी कि इनडायरेक्टली आपां ये बोलांगे कि जे प्रैशर, वॉल्यूम ते टैंपरेचर तीनों ही बराबर होण, दो गैस, एक गैस का सैंपल है, एक आ सैंपल है गैस का, टैंपरेचर भी इक्वल आ, प्रैशर भी इक्वल आ, ते वॉल्यूम भी इक्वल आ। ठीक है, तो वो गैसेस जिहड़ियां दो आ, उन्हां गैसेस दे विच उन्ने थां च नंबर ऑफ मॉलिक्यूल भी इक्वल होणगे, बराबर होण। ये फिर उत्थे एवोगैड्रो ते ही जाने कहानी। स्टोरी समझ आ रही कि नहीं आ रही? तां करके एवोगैड्रो ने आपदे नाम ते दित्ता होया। ठीक है, इसदा खास ख्याल रख लियो। मैनूं पूरी उम्मीद है तुहानूं समझ आ गया, किसी नूं कोई भी शक नहीं है। जे किसी नूं कोई शक है तो वो पूछ सकदा।
सवाल कर लिए एक छोटा जिहा, एक क्वेश्चन लिखो, एक क्वेश्चन लिखो। लिखो, एट द टॉप ऑफ अ माउंटेन, at the top of a mountain, a thermometer reads 7 degrees Celsius. A thermometer reads 7 degrees Celsius, and a barometer reads 70 centimeter of mercury. Barometer reads 70 centimeter of mercury. Mercury ਦਾ 70 centimeter पढ़िया ਉਹਨੇ, ਇਹਦਾ ਮਤਲਬ ਪ੍ਰੈਸ਼ਰ ਵੀ ਦੇਤਾ ਤੇ ਟੈਂਪਰੇਚਰ, ਥਰਮੋਮੀਟਰ ਨੇ ਟੈਂਪਰੇਚਰ ਦੱਸਿਆ, ਬੈਰੋਮੀਟਰ ਨੇ ਪ੍ਰੈਸ਼ਰ ਦੱਸਿਆ। ਕਹਿੰਦਾ at the bottom of the mountain, at the bottom of the mountain, they read 27 degree Celsius, they read 27 degree Celsius and 76 centimeter of mercury respectively। ਇਹ 76 ਸੈਂਟੀਮੀਟਰ ਦਾ ਮਤਲਬ ਹੈ ਐਚ ਰੋ ਜੀ ਵਾਲਾ ਫਾਰਮੂਲਾ ਸਾਨੂੰ ਲਾਉਣਾ ਪੈਣਾ। ਤਾਂ 76 ਸੈਂਟੀਮੀਟਰ ਮਰਕਰੀ ਦਾ ਮਤਲਬ ਤਾਂ 1 ਐਟਮੋਸਫੈਰਿਕ ਪ੍ਰੈਸ਼ਰ, ਯਾਦ ਆ ਤੁਹਾਡੇ? 1 ਐਟਮੋਸਫੈਰਿਕ ਪ੍ਰੈਸ਼ਰ 76 ਸੈਂਟੀਮੀਟਰ ਹਾਈਟ ਆਫ ਮਰਕਰੀ ਹੁੰਦੀ ਆ। ਇਹਦਾ ਮਤਲਬ ਇਹ ਪ੍ਰੈਸ਼ਰ ਤਾਂ ਪੱਕਾ ਹੋਇਆ 1 ਪਾਸਕਲ, 1 ਪਾਸਕਲ ਕਹਿ ਲਓ, 1 ਐਟਮੋਸਫੈਰਿਕ ਪ੍ਰੈਸ਼ਰ 10⁵ ਪਾਸਕਲ, ਠੀਕ ਹੈ ਨਾ। 1.01 ਤੁਹਾਨੂੰ ਯਾਦ ਵੀ ਕਰਵਾਇਆ ਹੋਊਗਾ, 1 ਐਟਮੋਸਫੈਰਿਕ ਪ੍ਰੈਸ਼ਰ ਕਿੰਨਾ ਹੁੰਦਾ, 1.013 into 10⁵ ਪਾਸਕਲ, ਯਾਦ ਹੋਣਾ ਚਾਹੀਦਾ। ਤਾਂ ਸੈਕਿੰਡ ਵਾਲਾ ਪ੍ਰੈਸ਼ਰ ਤਾਂ ਸਾਨੂੰ ਫਾਈਂਡ ਆਊਟ ਕਰਨ ਦੀ ਵੀ ਨਹੀਂ ਲੋੜ, ਠੀਕ ਆ। ਚਲੋ ਫਿਰ ਵੀ ਜੇ ਕਿਤੇ ਲੋੜ ਪਈ ਤਾਂ ਆਪਾਂ ਦੇਖਾਂਗੇ ਅੱਗੇ ਜਾ ਕੇ, ਠੀਕ ਹੈ ਨਾ। ਅਗਲੀ ਗੱਲ ਸੁਣਿਓ, ਕਹਿੰਦਾ ਕੰਪੇਅਰ ਦ ਡੈਂਸਿਟੀ ਆਫ 에ਅਰ, ਹਵਾ ਦੀ ਡੈਂਸਿਟੀ ਦਾ ਕੰਪੈਰੀਜ਼ਨ ਕਰੋ। ਕੰਪੇਅਰ ਦ ਡੈਂਸਿਟੀ ਆਫ 에ਅਰ, compare the density of air at the top and bottom। top ਤੇ bottom ਦੇ ਵਿੱਚ ਜਿਹੜੀ ਡੈਂਸਿਟੀ ਹੈ ਹਵਾ ਦੀ ਉਹਦਾ ਕੰਪੈਰੀਜ਼ਨ ਕਰੋ, ਜਾਂ ਐ ਕਰ ਵੀ ਉਹਦਾ ਉਹ ਕਰ ਲਓ, ਕੀ ਬੋਲਦੇ ਉਹਨੂੰ, ਰੇਸ਼ੋ ਫਾਈਂਡ ਕਰ ਲਓ। ਟੌਪ ਪਹਿਲਾਂ ਬੋਲਿਆ, ਬੋਟਮ ਬਾਅਦ ਚ। ਤਾਂ ਟੌਪ ਤੇ ਹਮੇਸ਼ਾ ਯਾਦ ਰੱਖਿਓ ਹਵਾ ਥੋੜੀ ਜਿਹੀ ਡੈਂਸਰ ਘੱਟ ਹੁੰਦੀ ਆ, ਤਾਂ ਤੁਹਾਡਾ ਜਿਹੜਾ ਆਨਸਰ ਆ ਉਹ 1 ਤੋਂ ਛੋਟਾ ਆ ਰਿਹਾ, ਲੈਸ ਦੈਨ 1 ਆ ਰਿਹਾ। ਜੇ ਤੁਹਾਡੇ 4 ਆਪਸ਼ਨ ਚ ਇੱਕ ਹੀ ਆਪਸ਼ਨ ਇਦਾਂ ਦਾ ਜਿਹੜਾ 0 ਪੁਆਇੰਟ ਸਮਥਿੰਗ ਆ, ਬਿਨਾਂ ਕੈਲਕੂਲੇਸ਼ਨ ਤੋਂ ਲਾ ਦਿਓ। ਆਹ ਚੀਜ਼ ਬਹੁਤ ਇੰਪੋਰਟੈਂਟ ਆ, ਧਿਆਨ ਰੱਖਿਓ, ਠੀਕ ਆ। ਬਟ ਫਿਰ ਵੀ ਜੇ ਮੰਨ ਲਓ ਵੀ 2 ਜਾਂ 3 ਆਪਸ਼ਨ ਉਹਨੇ ਇਦਾਂ ਦੇ ਡੈਸੀਮਲ ਦੇ ਵਿੱਚ ਦੇਤੇ, ਪੁਆਇੰਟ ਸਮਥਿੰਗ, ਫਿਰ ਦੈਨ ਯੂ ਹੈਵ ਟੂ ਕੈਲਕੂਲੇਟ। ਹੁਣ ਮੇਰੇ ਦਿਮਾਗ 'ਚ ਇੱਕੋ ਗੱਲ ਆ ਰਹੀ ਵੀ ਆਈਡੀਅਲ ਗੈਸ ਇਕੁਏਸ਼ਨ ਯੂਜ਼ ਕਰਨੀ ਆ ਤੇ ਡੈਂਸਿਟੀ ਕੰਪੇਅਰ ਕਰਨੀ ਆ, PV is equal to nRT, ਠੀਕ ਆ। ਮੇਰੇ ਕੋਲੇ ਬਾਹਲੇ ਫਾਰਮੂਲੇ ਹੈ ਨਹੀਂ, ਇੱਕ ਫਾਰਮੂਲਾ ਜਿਹੜਾ ਐਂਡ 'ਚ ਕਰਾਇਆ ਸੀ ਡੈਂਸਿਟੀ ਵਾਲਾ, ਉਹ ਹੋ ਸਕਦਾ, ਉਹਦੇ ਨਾਲ ਡੈਂਸਿਟੀ ਕੰਪੇਅਰ ਹੋ ਸਕਦੀ। ਕਰ ਦੋ ਫਿਰ, ਦਿੱਕਤ ਕੀ ਹੈ। ਐਜ਼ ਵੀ ਨੋ ਫਰੋਮ ਆਈਡੀਅਲ ਗੈਸ ਇਕੁਏਸ਼ਨ, ਕੀ ਫਾਰਮੂਲਾ ਸੀ ਮੈਨੂੰ ਤੇ ਚੇਤਾ ਹੀ ਭੁੱਲ ਜਾਂਦਾ, ਨਹੀਂ ਕਿਹੜਾ ਸੀ, ਕਿਹੜਾ ਫਾਰਮੂਲਾ ਸੀ, P/ρT, T ਉੱਪਰ ਕਿ ਥੱਲੇ, P/ρT ਹੈ, P/ρT, ਕਹਿੰਦਾ ਰੋਟੀ ਨੂੰ ਪੀਓ, P/ρT ਯਾਦ ਕਰ ਲਓ। ਇਟ ਇਜ਼ ਇਕੁਅਲ ਟੂ ਅ ਕਾਂਸਟੈਂਟ। ਇਹਦਾ ਮਤਲਬ ਕੀ ਆ, ਬੜਾ ਸਿੰਪਲ ਫੰਡਾ। ਦੇਖੋ ਆ ਮਾਊਂਟੇਨ ਆ, ਆ ਟੌਪ ਆ ਤੇ ਆ ਬਾਟਮ ਆ, ਹੈਗਾ ਟੌਪ ਤੇ ਬਾਟਮ। ਜੇ ਟੌਪ ਤੇ ਇਹਦਾ ਰੇਸ਼ੀਓ ਤੇ ਬਾਟਮ ਤੇ ਸੇਮ ਹੋਣਾ ਚਾਹੀਦਾ, ਇਹਦਾ ਮਤਲਬ PB, ਟੌਪ ਕਰੋ ਪਹਿਲਾਂ, ਟੌਪ ਉੱਪਰ ਲਿਖਣਾ, PT/ρT, TT, T small ਪਾਤਾ, must be equal to PB/ρB into TB। ਤੁਹਾਨੂੰ ਫਾਈਂਡ ਕੀ ਕਰਨਾ ਤੁਸੀਂ, ਹਾਂ ਬਈ, ਟੌਪ ਪਹਿਲਾਂ ਬਾਟਮ ਬਾਅਦ ਚ, ρT/ρB ਤੁਸੀਂ ਆ ਫਾਈਂਡ ਕਰਨਾ, ρT ਉਧਰ ਲੈ ਜਾਓ, /ρB। ਇੱਥੇ ਕੀ ਆ ਗਿਆ, PT
अपॉन पीबी ते टीबी अपॉन टीटी। टॉप बॉटम 1 2 भी ला सकते, कोई वड्डी गल नहीं। उत्ते 1 मान लो, इतने 2 मान लो, कि एवें ना उलझी जाए पता नहीं की गल लिखी है। बड़ा सिंपल जिहा फंडा। हुण मैनूं एक गल दसो, बॉटम ते टॉप ते प्रैशर ते टैंपरेचर तुहानूं दित्ते आ, पर एक ध्यान रखने वाली गल सुन लो। देखो प्रैशर तो हुंदा एच रो जी, टॉप ते प्रैशर कितना एच रो जी, बॉटम ते एच रो जी, रो आ डेंसिटी ऑफ मरकरी। ठीक है, तो सानू वैल्यू फाइंड करने की लोड़ नहीं। टैंपरेचर शुड बी टेकन इन कैलविन, ये तुहाडे तो गलती हो सकती है, ये ध्यान रखो। ठीक है, नहीं तो रेशो गलत आ जाऊगा। तो प्रैशर टॉप ते कितना एच, हाइट आ टॉप ते हाइट कितनी आ एच टी रो जी, आ रो डेंसिटी ऑफ मरकरी है, अपॉन एच बी रो जी। रो मरकरी की डेंसिटी है, नोट कर लियो। एच रो जी वाला फार्मूला लाया मैं, कुछ नहीं किया, इनटू टैंपरेचर एट बॉटम, बॉटम ते टैंपरेचर कितने कैलविन सी दस्यो मैनू, 27 का कितना बन गया 300 कैलविन, डिवाइड बाय टॉप ते कितना सी 7 सी ना, तो 280 हो गया, 280 कैलविन। गलत ना कर दियो, रोजी नाल रोजी कैंसल, कल हाइटा रह गई, ऊपर भी सेंटीमीटर थले भी सेंटीमीटर कैंसल हो जाऊगा। टॉप ते हाइट कितनी है 70, बॉटम ते कितनी है इनटू 300 अपॉन 280। दिस इज आंसर, ये तुहाडा आंसर है। सॉल्व कर लो, तुहाडा 0 पॉइंट समथिंग समथिंग, मैनू नहीं पता कितना होना, 0 पॉइंट समथिंग समथिंग। दिस इज द रेशियो, ये तुहाडा रेशियो है। मैनू पूरी उम्मीद है तुहानू समझ आ गया। जे किसी नू नहीं समझ आया वो बच्चा क्वेश्चन कर ले, बोल दो भाई। इदां दे जिन्ने मर्जी कर लियो। देखो बेसिक फंडे मैं तुहानू दसते भी, देयर आर सो मैनी टाइप्स ऑफ, या देयर आर सो मैनी काइंड्स ऑफ आइडियल गैस इक्वेशन। आइडियल गैस इक्वेशन के बड़े काइंड आ, अलग अलग तरह के आ, फॉर्म्स अलग अलग, उन्हां सारियां फॉर्म्स का ध्यान रखोगे सवाल हो जाएंगे। हुण आ क्वेश्चन किहड़ी फॉर्म नाल होया, और ये अच्छा सवाल आ, दस देना तुहानू, इहदे नाल दे होर भी क्वेश्चन होणगे। ठीक है, वो भी करांगे आपां। बहुत आ जी ना, बहुत आ बेटा, अज ना बहुत आ, खुश।